ਪ੍ਰਾਈਮ ਏਸ਼ੀਆ ਟੀਵੀ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ ਜੀ। ਅੱਜ ਦੇ ਖਾਸ ਪ੍ਰੋਗਰਾਮ, ਖਾਸ ਤੇ ਹਮੇਸ਼ਾ ਹੀ ਹੁੰਦਾ, ਰੋਜ਼ ਹੁੰਦਾ, ਪਰ ਖਾਸ ਥੋੜ੍ਹਾ ਜਿਹਾ ਮੈਨੂੰ ਤਾਂ ਲੱਗੀ ਜਾਂਦਾ ਕਿ ਮੈਂ ਕਈ ਸਾਲਾਂ ਬਾਅਦ ਇਸ ਪ੍ਰੋਗਰਾਮ ਦੇ ਵਿੱਚ ਪੰਨੂ ਸਾਹਿਬ ਦੇ ਨਾਲ ਸਟੂਡੀਓ ਸਾਂਝਾ ਕਰ ਰਿਹਾ ਤੇ ਸਵਾਗਤ ਕਰਦੇ ਹਾਂ ਜੀ ਪ੍ਰਾਈਮ ਡਿਸਕਸ਼ਨ ਵਿਦ ਜਤਿੰਦਰ ਪੰਨੂ ਵਿੱਚ ਪੰਨੂ ਸਾਹਿਬ ਦਾ। ਪੰਨੂ ਸਾਹਿਬ, ਸਵਾਗਤ ਤੁਹਾਡੇ ਪ੍ਰੋਗਰਾਮ ਵਿੱਚ। ਸ਼ੁਕਰੀਆ। ਵੈਸੇ ਅਜੇ 1 ਅਪ੍ਰੈਲ ਤੇ ਆਈ ਨਹੀਂ ਕਿ ਤੁਸੀਂ ਮੈਨੂੰ ਮਜ਼ਾਕ ਕਰੋ। ਤੁਸੀਂ ਮੇਰਾ ਸਵਾਗਤ ਕਿੱਦਾਂ ਕਰ ਸਕਦੇ ਆ ਜੀ? ਕੈਨੇਡਾ ਤੋਂ ਤੁਸੀਂ ਆਏ, ਮੈਂ ਤੁਹਾਡਾ ਪੰਜਾਬ 'ਚ ਸਵਾਗਤ ਕਰਦਾ। ਧੰਨਵਾਦ। ਮੈਂ ਦਰਸ਼ਕਾਂ ਨੂੰ ਦੱਸ ਦਿਆਂ ਜੀ, ਸਾਡੀ ਦੋਵਾਂ ਦੀ ਬਹੁਤ ਪੁਰਾਣੀ ਐਸੋਸੀਏਸ਼ਨ ਆ। ਦੂਰਦਰਸ਼ਨ ਦੇ ਵਿੱਚ ਵੀ ਬਹੁਤ ਸਾਰੇ ਪ੍ਰੋਗਰਾਮ ਅਸੀਂ ਇਕੱਠੇ ਕੀਤੇ, ਲਗਭਗ ਸਾਲ 2000 ਤੋਂ 2000 ਤੋਂ ਲੈ ਕੇ ਜੀ। ਤੇ ਤੁਹਾਡੇ ਨਾਲ ਕੀਤੇ ਆ, ਇੰਦਰਜੀਤ ਰੰਧਾਵਾ ਹੋਰਾਂ ਨਾਲ ਕੀਤੇ ਆ। ਇਸ ਵੇਲੇ ਤੇ ਉਹ ਵੀ ਮੀਡੀਆ 'ਚ ਵੱਡੀ ਥਾਂ ਨੇ। ਬਹੁਤ ਸਾਰੇ ਲੋਕਾਂ ਹੋਰਾਂ ਨਾਲ ਕੀਤੇ ਆ। ਇਹਨਾਂ ਦੇ ਨਾਲ ਫਿਰ ਪ੍ਰਾਈਮ ਏਸ਼ੀਆ 'ਚ ਸਾਡੇ ਨਾਲ ਆ ਗਏ ਸਨ। ਇੱਥੇ ਜਦੋਂ ਪ੍ਰਾਈਮ ਏਸ਼ੀਆ ਸ਼ੁਰੂ ਕੀਤਾ, ਮੁੱਢਲੇ ਸਮੇਂ 'ਚ ਸਾਡੇ ਨਾਲ ਸੀ। ਫਿਰ ਇੱਥੋਂ ਪ੍ਰਾਈਮ ਏਸ਼ੀਆ ਦੀ ਮੈਨੇਜਮੈਂਟ ਇਹਨਾਂ ਨੂੰ ਕੈਨੇਡਾ ਲੈ ਗਈ ਸੀ। ਉੱਥੇ ਸੋਹਣਾ ਕੰਮ ਕਰ ਰਹੇ ਨੇ ਇਹ ਵੀ। ਗੁਰਪ੍ਰੀਤ ਸੰਧਾਵਾਲੀਆ ਜੀ, ਪਰਮਵੀਰ ਬਾਠ ਜੀ, ਇਹਨਾਂ ਦੇ ਵਿੱਚੋਂ ਕੁਝ ਲੋਕਾਂ ਨੂੰ ਅਸੀਂ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਵਾਸਤੇ ਉਚੇਚੇ ਤੌਰ 'ਤੇ ਪੰਜਾਬ ਬੁਲਾਇਆ, ਜਿਨ੍ਹਾਂ 'ਚ ਅਵਨੀਤ ਤੇਜਾ ਜੀ ਨੇ। ਇਹਨਾਂ ਤੋਂ ਪਹਿਲਾਂ ਯੋਗਰਾਜ ਹੋਰਾਂ ਨੂੰ ਬੁਲਾਇਆ ਜੀ। ਬਸ ਇੱਕ ਗੱਲ ਹੈ ਕਿ ਤੁਸੀਂ ਦੋਵੇਂ ਜਾਣੇ ਉਹ ਬਾਰਡਰ ਦੇ ਕੰਢੇ 'ਤੇ ਗੁਰਦਾਸਪੁਰ ਜ਼ਿਲ੍ਹੇ 'ਚੋਂ ਜੀ, ਐਡੀ ਦੂਰੋਂ ਤੁਸੀਂ ਸਾਰਾ ਪੰਜਾਬ ਕਵਰ ਕਰੋਗੇ ਜੀ। ਮੇਰੇ ਖਿਆਲ ਐਡੀ ਦੂਰ ਤੱਕ ਤੇ ਬੋਫੋਰਸ ਤੋਪ ਦੀ ਮਾਰ ਨਹੀਂ ਜਾਂਦੀ ਹੋਣੀ। ਜੋ ਵੀ ਹੋਵੇ ਜੀ, ਮੈਂ ਇਹਨਾਂ ਦਾ ਸਵਾਗਤ ਕਰਦਾ ਇੱਥੇ ਪੰਜਾਬ ਆਉਣ 'ਤੇ। ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਇਹ ਕਵਰ ਕਰਨਗੇ, ਸਾਡਾ ਸਾਥ ਦੇਣਗੇ, ਤੁਹਾਡੇ ਕੋਲ ਰੂਬਰੂ ਹੁੰਦੇ ਰਿਹਾ ਕਰਨਗੇ ਜੀ। ਪੰਨੂ ਸਾਹਿਬ, ਹੁਣ ਆ ਜੀ ਜੋ ਸਿਆਸੀ ਮਾਹੌਲ ਇੱਥੇ ਭਖਿਆ ਹੋਇਆ, ਜਿਵੇਂ ਜਿਵੇਂ ਚੋਣਾਂ ਦਾ ਦਿਨ ਨੇੜੇ ਆ ਰਿਹਾ, ਤਿਵੇਂ ਤਿਵੇਂ ਲੀਡਰਾਂ ਦੀ ਬਿਆਨਬਾਜ਼ੀ ਕਿਤੇ ਤਿੱਖੀ ਹੁੰਦੀ ਜਾ ਰਹੀ ਹੈ, ਕਿਤੇ ਉਹ ਆਪਣੀ ਭਾਸ਼ਾ ਨੂੰ ਸੱਭਿਅਕ ਤੋਂ ਅਸੱਭਿਅਕ ਬਣਾਉਣ ਵੱਲ ਵੱਧਦੇ ਜਾ ਰਹੇ ਆ। ਕਈ ਜਗ੍ਹਾ 'ਤੇ ਬਿਆਨਬਾਜ਼ੀ ਇਸ ਤਰ੍ਹਾਂ ਦੀ ਹੋ ਜਾਂਦੀ ਹੈ ਕਿ ਆਸੇ-ਪਾਸੇ ਬੈਠੇ ਲੋਕਾਂ ਨੂੰ ਵੀ ਲੱਗਦਾ ਕਿ ਲੀਡਰ ਗਲਤ ਬੋਲ ਗਿਆ, ਪਰ ਹੁਣ ਬੋਲ ਗਿਆ ਤੇ ਇਹਨੂੰ ਹੁਣ ਵਾਪਸ ਇਹਨਾਂ ਸ਼ਬਦਾਂ ਨੂੰ ਕਿਵੇਂ ਲਵੇਗਾ? ਸ਼ਬਦ ਵਾਪਸ ਨਹੀਂ ਆਉਂਦੇ। ਜਦੋਂ ਅਸੀਂ ਸੀਐਮ ਚਿਹਰੇ ਦੀ ਗੱਲ ਕਰਦੇ ਹਾਂ, ਕਾਂਗਰਸ ਦਾ ਸੀਐਮ ਚਿਹਰਾ ਕੌਣ ਹੋਏ, ਪਰ ਜਦੋਂ ਚੰਨੀ ਨੂੰ ਸੀਐਮ ਬਣਾਇਆ ਗਿਆ, ਜਦੋਂ ਕੈਪਟਨ ਅਮਰਿੰਦਰ ਸਿੰਘ ਹੁਣਾਂ ਦੀ ਕੁਰਸੀ ਗਈ, ਤੇ ਉਸ ਤੋਂ ਬਾਅਦ ਕਈ ਚਿਹਰਿਆਂ ਦੇ ਜਿਹੜੇ ਸੀਗੇ ਉਹ ਨਾਂ ਸਾਹਮਣੇ ਆਏ ਸੀ, ਕਈ ਸ਼ਖਸੀਅਤਾਂ ਦੇ ਨਾਂ ਸਾਹਮਣੇ ਆਏ ਸੀ। ਉਹਨਾਂ ਵਿੱਚ ਸੁਨੀਲ ਜਾਖੜ ਹੋਣਾ ਦਾ ਨਾਮ ਵੀ ਸੀ। ਪਰ ਹੁਣ ਐਨ ਚੋਣਾਂ ਦੇ ਮੌਕੇ 'ਤੇ ਉਹਨਾਂ ਨੇ ਉਹ ਵੋਟਿੰਗ ਕੱਢ ਕੇ ਦੱਸ ਦਿੱਤੀ ਕਿ ਮੈਨੂੰ ਵੋਟਾਂ ਜ਼ਿਆਦਾ ਪਈਆਂ ਸੀ ਬਾਕੀ ਉਮੀਦਵਾਰਾਂ ਦੇ ਮੁਕਾਬਲੇ, ਜਾਂ ਬਾਕੀ ਜਿਹੜੇ ਚਿਹਰੇ ਉਸ ਦੌੜ ਵਿੱਚ ਸ਼ਾਮਿਲ ਸਨ। ਸੁਨੀਲ ਜਾਖੜ ਬਹੁਤ ਸਾਊ ਆਦਮੀ ਹੈ ਜੀ। ਉਹ ਉਹਨਾਂ ਲੋਕਾਂ 'ਚੋਂ ਨਹੀਂ ਜਿਹੜੇ ਗੱਲ ਪੇਸ਼ ਕਰਕੇ ਤੇ ਤਮਾਸ਼ਾ ਵੇਖਣਾ ਚਾਹੁੰਦੇ ਹੋਣ। ਉਹਨੇ ਆਪਣਿਆਂ ਦੀ ਸੱਥ ਵਿੱਚ ਇੱਕ ਭਾਈਚਾਰੇ ਦੀ ਮੀਟਿੰਗ 'ਚ ਗੱਲ ਕੀਤੀ ਕਿ ਤੁਹਾਡਾ ਕਰਕੇ ਮੈਨੂੰ ਸਮੁੱਚੇ ਪੰਜਾਬ 'ਚ ਆਹ ਮਾਣ ਮਿਲਿਆ ਜੀ ਕਿ ਕੈਪਟਨ ਅਮਰਿੰਦਰ ਸਿੰਘ ਦੇ ਜਾਣ ਤੋਂ ਬਾਅਦ 79 MLA ਜਿਹੜੇ ਸੀ, ਉਹਨਾਂ 'ਚੋਂ ਜਦੋਂ ਪੁੱਛਿਆ ਗਿਆ, ਤੇ ਮੈਂ ਤਾਂ MLA ਵੀ ਨਹੀਂ ਸੀ ਜੀ, ਉਹਨਾਂ 'ਚੋਂ 42 ਨੇ, ਯਾਨੀ ਅੱਧ ਤੋਂ ਵੱਧ ਨੇ, ਇਹ ਆਖਿਆ ਕਿ ਸੁਨੀਲ ਜਾਖੜ ਨੂੰ ਮੁੱਖ ਮੰਤਰੀ ਬਣਾਇਆ ਜਾਵੇ। ਉਹ ਕਹਿੰਦਾ ਉਹਨਾਂ 'ਚ ਸਿੱਖ ਵੀ ਸਨ, ਹਿੰਦੂ ਵੀ ਸਨ, ਮੁਸਲਮਾਨ ਵੀ ਸਨ, ਅਪਰ ਕਾਸਟ ਵੀ ਸਨ ਜੀ, ਜਿਨ੍ਹਾਂ ਨੂੰ ਦਲਿਤ ਕਿਹਾ ਜਾਂਦਾ ਉਹ ਵੀ ਸਨ। ਉਹ ਕਹਿੰਦਾ ਸਾਰਿਆਂ ਦੇ ਵਿੱਚੋਂ ਬਹੁਤ ਸੰਮਤੀ ਜੇ ਮੇਰੇ ਨਾਂ 'ਤੇ ਮੋਹਰ ਲੱਗੀ ਆ, ਅਤੇ ਮੈਂ ਆਪਣੇ ਭਾਈਚਾਰੇ ਨੂੰ ਕਹਿਣਾ ਕਿ ਇਹ ਤੁਹਾਡਾ ਕਰਕੇ ਮੈਨੂੰ ਮਾਣ ਮਿਲਿਆ, ਮੈਂ ਤੁਹਾਡਾ ਧੰਨਵਾਦੀ ਹਾਂ। ਉੱਥੋਂ ਕਿਸੇ ਨੇ ਰਿਕਾਰਡਿੰਗ ਕਰਕੇ ਚੁੱਕ ਕੇ ਪਾਤੀ, ਉਹ ਸੁਨੀਲ ਜਾਖੜ ਨੇ ਜਾਣ ਕੇ ਨਹੀਂ ਪਵਾਈ ਜੀ। ਪਰਿਵਾਰ ਵਿੱਚ ਬੈਠਿਆਂ ਗੱਲਾਂ ਕਈ ਲੋਕ ਕਰਦੇ। ਉੱਦਾਂ ਇਹ ਜਿਹੜੀ ਗਿਣਤੀ ਮਿਣਤੀ ਆ, ਜਾਖੜ ਸਾਹਿਬ ਨਾਮ ਹੀ ਦੱਸਣ ਤੇ ਸਾਰਿਆਂ ਨੂੰ ਤਾਂ ਵੀ ਪਤਾ ਕਿ ਅੰਦਰ ਗਿਣਤੀ ਮਿਣਤੀ ਹੋ ਗਈ ਸੀ ਉਦੋਂ ਹੀ ਜੀ। ਉਸ ਗਿਣਤੀ ਮਿਣਤੀ 'ਚ ਜੇ ਕੋਈ ਆਖੇ ਕਿ ਚਰਨਜੀਤ ਸਿੰਘ ਚੰਨੀ ਨੂੰ ਉਦੋਂ 2 ਵੋਟਾਂ ਮਿਲੀਆਂ ਸੀ ਜੀ, ਉਹ ਕੋਈ ਮਾਨ ਨਹੀਂ ਰੱਖਦੀ, ਕਿਉਂਕਿ ਚੰਨੀ ਉਦੋਂ ਮੁੱਖ ਮੰਤਰੀ ਦੇ ਉਮੀਦਵਾਰ ਬਣਨ ਵਾਸਤੇ ਦਾਅਵੇਦਾਰ ਹੈ ਹੀ ਨਹੀਂ ਸੀ ਜੀ। ਇਹਦਾ ਤਾਂ ਗੁਨਾਹ ਇਸ ਕਰਕੇ ਪੈ ਗਿਆ ਕਿ ਜਿਹੜਾ ਸਭ ਤੋਂ ਵੱਡਾ ਆਪਣੇ ਆਪ ਨੂੰ ਦਾਅਵੇਦਾਰ ਸਮਝਦਾ ਸੀ, ਉਹਨੂੰ ਸਭ ਤੋਂ ਘੱਟ ਨਵਜੋਤ ਸਿੰਘ ਸਿੱਧੂ ਨੂੰ 6 ਵੋਟਾਂ ਮਿਲ ਗਈਆਂ ਜੀ। 16 ਵੋਟਾਂ ਮਿਲ ਗਈਆਂ ਸੁਖਜਿੰਦਰ ਸਿੰਘ ਰੰਧਾਵੇ ਨੂੰ ਜੀ, ਔਰ ਬਹੁਤ ਵੱਡੀ ਗਿਣਤੀ ਹੈ। ਜਦੋਂ ਸੁਨੀਲ ਜਾਖੜ ਦਾ ਨਾਂ ਆਇਆ ਤੇ ਵਿਰੋਧ ਇਸ ਗੱਲ ਤੇ ਹੋ ਗਿਆ ਕਿ ਇਹ ਤਾਂ ਜੀ ਸਿੱਖ ਨਹੀਂ, ਤੇ ਪੰਜਾਬ ਵਿੱਚ ਸਿੱਖ ਚਿਹਰਾ ਚਾਹੀਦਾ ਜੀ। ਜਿਹੜੇ ਪੰਜਾਬ ਦੇ ਵਿਧਾਇਕ ਸਨ, ਉਹਨਾਂ ਨੇ ਧਰਮ ਨਿਰਪੱਖ ਹੋ ਕੇ ਸਭ ਕੁਝ ਤੋਂ ਉੱਪਰ ਉੱਠ ਕੇ ਸਾਊ ਚਿਹਰਾ ਲੱਭਿਆ ਸੀ, ਔਰ ਇਹ ਸੋਚ ਕੇ ਲੱਭਿਆ ਸੀ ਕਿ ਬਾਕੀ ਦੇ 3-4 ਮਹੀਨਿਆਂ 'ਚ ਕੰਮ ਕਰੂਗਾ ਜੀ। ਉਹਨਾਂ ਮਾੜਾ ਨਹੀਂ ਸੀ ਕੀਤਾ। ਤੇ ਦੂਸਰਾ ਚਿਹਰਾ ਵੀ ਜਿਹੜਾ ਉਹਨਾਂ ਲੱਭਿਆ, ਉਹ ਫਿਰ ਦੂਸਰੇ ਦੇ ਉੱਤੇ ਨਾਂ 'ਤੇ ਇਸ ਕਰਕੇ ਸਹਿਮਤੀ ਨਾ ਹੋ ਸਕੀ ਕਿ 1-2 ਬੰਦਿਆਂ ਨੇ ਆਖਿਆ ਅਸੀਂ ਨਹੀਂ ਪ੍ਰਵਾਨ ਕਰਦੇ, ਇਹਨੂੰ ਅੜਿੱਕਾ ਪੈ ਗਿਆ ਜੀ।
ਉਹਨੇ ਪਿਛਲੇ ਹਫ਼ਤੇ ਇੱਕ ਪ੍ਰੈਸ ਇੰਟਰਵਿਊ 'ਚ ਕਹਿ ਵੀ ਦਿੱਤਾ, ਟੀਵੀ ਇੰਟਰਵਿਊ 'ਚ, ਕਿ ਮੈਨੂੰ ਤਾਂ ਬਣਾ ਦੇਣ ਲੱਗੇ ਸੀ, ਨਵਜੋਤ ਸਿੱਧੂ ਨੇ ਬਣ ਨਹੀਂ ਦਿੱਤਾ ਜੀ। ਹੁਣ ਇਹ ਗੱਲ ਚੋਣਾਂ ਦੇ ਮੌਕੇ ਨਾ ਵੀ ਰੰਧਾਵਾ ਸਾਹਿਬ ਕਹਿੰਦੇ ਤੇ ਠੀਕ ਸੀ, ਸੁਖਜਿੰਦਰ ਸਿੰਘ ਰੰਧਾਵੇ ਨੇ ਕਹਿਤਾ ਤੇ ਚਰਚਾ 'ਚ ਤੇ ਉਹ ਵੀ ਆ ਗਈ ਜੀ। ਜਦੋਂ ਇਹਦੇ ਨਾਂ ਤੇ ਵੀ ਡਿੱਕਾ ਪੈ ਗਿਆ, ਅੰਬਿਕਾ ਸੋਨੀ ਨੇ ਆਖਿਆ ਮੈਂ ਬਣਨਾ ਨਹੀਂ, ਫਿਰ ਕੌਣ ਹੋਵੇ? ਜੀ। ਉਦੋਂ ਫਿਰ ਚਰਨਜੀਤ ਸਿੰਘ ਚੰਨੀ ਦਾ ਨਾਂ ਆ ਗਿਆ ਕਿ ਇਹਨੂੰ ਬਣਾ ਦਿਓ, ਨਾਲੇ ਪੰਜਾਬ ਵਿੱਚ ਪਹਿਲੀ ਵਾਰੀ ਦਲਿਤ ਭਾਈਚਾਰੇ 'ਚੋਂ ਕੋਈ ਮੁੱਖ ਮੰਤਰੀ ਬਣੇ ਜੀ। ਤੇ ਇਹਦਾ ਚੰਗਾ ਸੰਕੇਤ ਜਾਊ। ਚੰਨੀ ਨੇ ਕਦੇ ਇਹ ਨਹੀਂ ਆਖਿਆ ਕਿ ਮੈਨੂੰ ਮੁੱਖ ਮੰਤਰੀ ਬਣਾਓ ਜੀ, ਪਰ ਉਹਦੇ ਬਣਨ ਤੋਂ ਬਾਅਦ ਕਾਂਗਰਸ ਦੇ ਪੱਖ 'ਚ ਬਹੁਤ ਵੱਡਾ ਉਭਾਰ ਹੈ ਜੀ। ਫਿਰ ਆ ਜਿਹੜੀਆਂ ਪਿਛਲੇ ਦਿਨਾਂ 'ਚ ਕੁਝ ਗੱਲਾਂ ਹੋਈਆਂ ਮਾਈਨਿੰਗ ਦੀਆਂ, ਇਹਦੀ ਸਾਲੀ ਦੇ ਬੇਟੇ ਦੇ ਉੱਤੇ ਜਿਹੜੇ ਛਾਪੇ ਪਏ ਉਹਨਾਂ ਛਾਪਿਆਂ ਦੀਆਂ, ਉਹ ਸਾਰੇ ਕੁਝ ਨਾ ਕਾਂਗਰਸ ਪਾਰਟੀ ਨੂੰ ਸੱਟ ਵੀ ਲੱਗੀ ਜੀ। ਉਹ ਜਿਹੜੀ ਸੱਟ ਲੱਗੀ ਉਹ ਆਪਣੀ ਥਾਂ। ਅੱਜ ਹੁਣ ਜਦੋਂ ਹਰ ਕੋਈ ਇਹ ਉਡੀਕਦਾ ਪਿਆ ਕਿ ਕਾਂਗਰਸ ਪਾਰਟੀ ਨੇ ਚਿਹਰਾ ਅਨਾਉਂਸ ਕਰਨਾ, ਰਾਹੁਲ ਗਾਂਧੀ ਨਾਲ ਮੇਰਾ ਤਾਂ ਕੋਈ ਸੰਬੰਧ ਨਹੀਂ, ਬਿਲਕੁਲ। ਨਾ ਮੈਂ ਕਦੇ ਸੋਨੀਆ ਗਾਂਧੀ ਨੂੰ ਮਿਲਿਆ, ਨਾ ਪ੍ਰਿਯੰਕਾ ਗਾਂਧੀ ਨੂੰ, ਨਾ ਉਹਨਾਂ ਦੇ ਜਿਹੜੇ ਕੇਸੀ ਵੈਨੂਗੋਪਾਲ, ਪਤਾ ਨਹੀਂ ਕੌਣ ਗੋਪਾਲ ਹੈ ਨੇ ਉੱਥੇ, ਉਹਨਾਂ ਸਾਰਿਆਂ ਨੂੰ ਕਿਸੇ ਨੂੰ ਮੇਰਾ ਕੋਈ ਤਾਲਮੇਲ ਨਹੀਂ ਜੀ। ਪਰ ਮੈਂ ਤੁਹਾਨੂੰ ਇਹ ਕਹਿਣਾ ਕਿ ਅੱਜ ਦੀ ਤਰੀਕ ਵਿੱਚ ਸੁਨੀਲ ਜਾਖੜ ਤੋਂ ਮੁਕਾਬਲੇ ਵਿੱਚ ਇਹਨੂੰ ਤਾਂ ਆਪ ਹੀ ਛੱਡ ਕੇ ਪਾਸੇ ਹੋ ਗਏ ਜੀ। ਅੱਜ ਦੀ ਤਰੀਕ ਵਿੱਚ ਕਾਂਗਰਸ ਪਾਰਟੀ ਨੇ ਜਿਹੜੇ ਚਿਹਰੇ ਸਾਹਮਣੇ, ਉਹਨਾਂ 'ਚੋਂ ਜੇ ਚਿਹਰਾ ਅਨਾਉਂਸ ਕਰਨਾ ਹੋਵੇ ਜੀ। ਤੇ ਮੇਰਾ ਅੰਦਾਜ਼ਾ, ਮੈਨੂੰ ਅੱਜ ਵੀ ਲੱਗਦਾ ਕਿ ਬਿਲਕੁਲ ਠੀਕ ਹੋਊਗਾ, ਚਰਨਜੀਤ ਸਿੰਘ ਚੰਨੀ ਨੂੰ ਚਿਹਰਾ ਐਲਾਨਣਾ ਪਊ। ਉਹਦਾ ਕਾਰਨ ਕੀ ਹੈ? ਜੀ। ਕਾਰਨ ਬੜਾ ਸਾਫ਼ ਹੈ ਕਿ ਉਹ ਖੜਾ ਰਵੇ, ਉਹਦੇ ਨਾਂ ਤੇ ਜਿਹੜੀਆਂ ਵੋਟਾਂ ਵਧਣੀਆਂ ਸੀ ਵੱਧ ਚੁੱਕੀਆਂ, ਹੁਣ ਇਹ ਤੋਂ ਬਾਅਦ ਨਹੀਂ ਵਧਣੀਆਂ। ਪਰ ਜੇ ਉਹਨੂੰ ਪਾਸੇ ਹਟਾਇਆ ਅੱਜ ਦੀ ਤਰੀਕ 'ਚ, ਤੇ ਜਿਹੜੀਆਂ ਕਾਂਗਰਸ ਦੇ ਨਾਲ 1947 ਤੋਂ ਦਲਿਤ ਵੋਟਾਂ ਜੁੜੀਆਂ ਨਾ, ਉਹ ਵੀ ਹਟ ਜਾਣੀਆਂ। ਇਸ ਕਰਕੇ ਹਟ ਜਾਣੀਆਂ ਕਿ ਤੁਸੀਂ ਦਲਿਤਾਂ ਨਾਲ ਮਜ਼ਾਕ ਕੀਤਾ, 3 ਮਹੀਨੇ ਵਾਸਤੇ ਬਣਾ ਕੇ ਜੀ। ਤੁਸੀਂ ਉਦੋਂ ਹੀ ਨਾ ਬਣਾਉਂਦੇ, ਤੇ ਜਿਹੜਾ ਬਣਾ ਕੇ ਠਾਇਆ ਇਹ ਗਲਤ ਕੀਤਾ ਜੀ। ਇਸ ਗੱਲ ਨੂੰ ਕਾਂਗਰਸ ਹਾਈ ਕਮਾਂਡ ਬੜੀ ਚੰਗੀ ਤਰ੍ਹਾਂ ਜਾਣਦੀ ਹੈ, ਤੇ ਉਹਦਾ ਕਰਕੇ ਮੈਂ ਇਹ ਦਾਅਵੇ ਨਾਲ ਕਹਿ ਸਕਦਾ ਕਿ ਜੇ ਇਹੋ ਜਿਹੀ ਗੱਲ ਹੋਈ ਤੇ ਉਹਨਾਂ ਨੂੰ ਬਣਾਉਣਾ ਪਿਆ, ਚਰਨਜੀਤ ਸਿੰਘ ਚੰਨੀ ਨੂੰ ਐਸ ਪੜਾਅ ਦੇ ਉੱਤੇ ਕਾਂਗਰਸ ਪਾਰਟੀ ਜੇ ਅੱਖੋਂ ਪਰੋਖੇ ਕਰੇਗੀ ਤੇ ਇੱਥੇ ਨਹੀਂ, ਇਹਦਾ ਅਸਰ ਉੱਤਰ ਪ੍ਰਦੇਸ਼ ਤੱਕ ਵੀ ਜਾ ਕੇ ਪੈਣਾ ਜੀ। ਕਿਉਂਕਿ ਦਲਿਤ ਭਾਈਚਾਰਾ ਸਭ ਤੋਂ ਵੱਧ ਪੰਜਾਬ 'ਚ ਹੈ, ਤੇ ਦੂਜੇ ਨੰਬਰ ਦੇ ਉੱਤੇ ਜਿਹੜੇ 2-3 ਸੂਬੇ ਆਉਂਦੇ ਆ ਉਹਨਾਂ 'ਚੋਂ ਇੱਕ ਉੱਤਰ ਪ੍ਰਦੇਸ਼ ਹੈ, ਤੇ ਦਲਿਤ ਭਾਈਚਾਰੇ ਦੇ ਮੁੱਖ ਕੇਂਦਰ ਵੀ ਉੱਤਰ ਪ੍ਰਦੇਸ਼ 'ਚ ਹੀ ਆ। ਵਾਰਾਣਸੀ ਇਕੱਲਾ ਹਿੰਦੂਆਂ ਦਾ ਤੀਰਥ ਨਹੀਂ ਗਾ, ਜਿਨ੍ਹਾਂ ਨੂੰ ਯੁੱਗਾਂ ਤੋਂ ਲੈ ਕੇ, ਸਦੀਆਂ ਤੋਂ ਲੈ ਕੇ ਲਤਾੜਿਆ ਗਿਆ, ਉਹਨਾਂ ਦਾ ਕੇਂਦਰ ਵੀ ਉੱਥੇ ਹੀ ਹੈ। ਪੰਨੂ ਸਾਹਿਬ, ਇਹ ਹੁਣ ਜਿਵੇਂ ਸੁਨੀਲ ਜਾਖੜ ਹੋਣਾ ਬਿਆਨ ਦੇ ਦਿੱਤਾ, ਦੂਜੇ ਪਾਸੇ ਗੁਰਕੀਰਤ ਕੋਟਲੀ ਦਾ ਵੀ ਕਿਤੇ ਮੀਡੀਆ ਦੇ ਇੱਕ ਹਿੱਸੇ ਦੇ ਵਿੱਚ ਖਬਰ ਛਪੀ, ਜਿਹਦੇ ਵਿੱਚ ਉਹਨਾਂ ਆਖਿਆ ਕਿ ਇਦਾਂ ਦੀ ਕੋਈ ਵੋਟਿੰਗ ਹੋਈ ਨਹੀਂ ਜਿਹਦੇ ਬਾਰੇ ਜਾਖੜ ਹੋਣੀ ਦਾਅਵੇ ਕਰਦੇ ਨੇ। ਜਾਖੜ ਹੋਣਾ ਦਾ ਬਿਆਨ ਤੇ ਕੋਟਲੀ ਦਾ ਉਤੋਂ ਇਨਕਾਰ ਲੱਗਦਾ ਕਿ ਕਾਂਗਰਸ ਨੂੰ ਕਿਤੇ ਡੈਂਟ ਪਾਊਗਾ ਥੋੜਾ ਬਹੁਤ। ਗੁਰਕੀਰਤ ਕੋਟਲੀ ਨੇ ਹੁਣ ਇਨਕਾਰ ਕੀਤਾ ਜੀ। ਇਸੇ ਵੋਟਿੰਗ ਦੀ ਖਬਰ ਇੱਕ ਵਾਰੀ ਦਸੰਬਰ 'ਚ ਅੰਗਰੇਜ਼ੀ ਦੇ ਇੱਕ ਅਖਬਾਰ 'ਚ ਛਪ ਚੁੱਕੀ ਹੈ ਜੀ। ਪੰਜਾਬ ਦੇ ਆਮ ਲੋਕ ਅੰਗਰੇਜ਼ੀ ਦੀਆਂ ਅਖਬਾਰਾਂ ਘੱਟ ਪੜ੍ਹਦੇ ਨੇ, ਪਰ ਪੜ੍ਹਿਆ ਲਿਖਿਆ ਤਬਕਾ ਜਿਹੜਾ ਅੰਗਰੇਜ਼ੀ ਅਖਬਾਰਾਂ ਪੜ੍ਹਦਾ ਉਹਨਾਂ 'ਚ ਗੁਰਕੀਰਤ ਕੋਟਲੀ ਤਾਂ ਹੈਗਾ ਜੀ। ਇਹਨੂੰ ਨਹੀਂ ਪਤਾ ਦਸੰਬਰ 'ਚ ਇੱਕ ਅਖਬਾਰ ਅੰਗਰੇਜ਼ੀ ਦਾ ਜਿਹੜਾ ਦਿੱਲੀ ਤੋਂ ਛਪਦਾ ਹੈ ਤੇ ਹਿੰਦੁਸਤਾਨ ਦੇ ਵਿੱਚ 12-14 ਥਾਵਾਂ ਤੋਂ ਛਪਦਾ, ਉਹਦੇ ਵਿੱਚ ਇਹ ਸਾਰੀ ਖਬਰ, ਇਹ ਵੋਟਿੰਗ ਸਾਰੀ ਛਪ ਚੁੱਕੀ ਹੈ। ਤੇ ਉਦੋਂ ਦੀ ਛਪੀ ਵੋਟਿੰਗ ਦਾ ਅੱਜ ਤੱਕ ਨਾ ਕਾਂਗਰਸ ਹਾਈ ਕਮਾਂਡ ਨੇ, ਨਾ ਕਾਂਗਰਸ ਦੀ ਪੰਜਾਬ ਕਮਾਂਡ ਨੇ, ਨਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ, ਨਾ ਮੁੱਖ ਮੰਤਰੀ ਦੇ ਦਾਅਵੇਦਾਰਾਂ ਨੇ, ਨਾ ਜਿਹੜੇ ਇਗਨੋਰ ਕੀਤੇ ਗਏ ਉਹਨਾਂ 'ਚੋਂ ਕਿਸੇ ਨੇ ਵੀ ਅੱਜ ਤੱਕ ਉਹਦਾ ਖੰਡਨ ਨਹੀਂ ਕੀਤਾ। ਜੇ ਦਸੰਬਰ ਤੋਂ ਲੈ ਕੇ ਹੁਣ ਤੱਕ 1.5 ਮਹੀਨਾ ਹੋ ਗਿਆ, ਖੰਡਨ ਨਹੀਂ ਕੀਤਾ। ਤੇ ਅੱਜ ਗੁਰਕੀਰਤ ਕੋਟਲੀ ਇੱਕ ਸਾਰੇ ਪੰਜਾਬ ਦੇ ਕਾਂਗਰਸੀਆਂ 'ਚੋਂ ਗੁਰਕੀਰਤ ਕੋਟਲੀ ਜੇ ਉਹ ਕਹਿੰਦਾ ਚਲੋ ਵੀ ਠੀਕ ਹੈ, ਉਸ ਸਿਆਣਾ ਬੰਦਾ, ਹੋ ਸਕਦਾ ਉਹਨੇ ਗੱਲ ਕਹਿਤੀ ਹੋਵੇ। ਉੱਦਾਂ ਅੱਜ ਕੱਲ੍ਹ ਕਹਿਣ ਦਾ ਰਿਵਾਜ ਆ, ਜੋ ਮਰਜ਼ੀ ਕੋਈ ਕਹੀ ਜਾਂਦਾ, ਜਿਹਦੇ ਮਨ 'ਚ ਕੋਈ ਆਉਂਦਾ ਉਹ ਕਹੀ ਜਾਂਦਾ। ਇੱਕ ਬੰਦਾ ਇਹੋ ਜਿਹਾ ਜਿਹਨੇ 15 ਸਾਲ ਪਹਿਲਾਂ ਇਸ ਕਰਕੇ ਸੀਟ ਗਵਾ ਲਈ ਸੀ ਕਿ ਉਹਨੇ ਵੋਟਾਂ ਪੈਣ ਤੋਂ 2 ਦਿਨ ਪਹਿਲਾਂ ਬਿਆਨ ਦੇ ਦਿੱਤਾ ਸੀ ਪੂਰਬੀਆ ਮਜ਼ਦੂਰਾਂ ਦੇ ਖਿਲਾਫ। ਜੀ। ਮੈਂ ਕਦੇ ਪੂਰਬੀਆ ਮਜ਼ਦੂਰਾਂ ਵਾਸਤੇ ਭਈਆ ਲਫ਼ਜ਼ ਨਹੀਂ ਵਰਤਦਾ, ਬਿਲਕੁਲ, ਕਿਉਂਕਿ ਭਈਆ ਹਿੰਦੀ 'ਚ ਭਰਾ ਨੂੰ ਕਹਿੰਦੇ ਆ। ਉਹ ਭਈਆ ਤੁਰਦਾ ਤੁਰਦਾ ਉੱਥੇ ਮਾਲਵੇ ਤੱਕ ਆ ਕੇ ਬਾਈ ਬਣ ਗਿਆ, ਅੱਗੋਂ ਦੁਆਬੇ 'ਚ ਆ ਕੇ ਭਾਜੀ ਬਣ ਗਿਆ, ਤੇ ਅਸੀਂ ਮਾਝੇ ਵਾਲਿਆਂ ਨੇ ਭਾਊ ਬਣਾ ਲਿਆ। ਜੀ। ਭਈਆ ਕੋਈ ਮਾੜਾ ਲਫ਼ਜ਼ ਨਹੀਂ ਹੁੰਦਾ, ਪਰ ਅਸੀਂ ਭਈਆ ਨਫ਼ਰਤ ਦਾ ਚਿੰਨ੍ਹ ਬਣਾ ਦਿੱਤਾ ਪੰਜਾਬ 'ਚ। ਤੇ ਇੱਕ ਬੰਦੇ ਨੇ 15 ਸਾਲ ਪਹਿਲਾਂ ਇੱਕ ਬਿਆਨ ਦਿੱਤਾ ਸੀ ਵੋਟਾਂ ਪੈਣ ਤੋਂ 2 ਦਿਨ ਪਹਿਲਾਂ ਕਿ ਇਹ ਭਈਆ ਨੂੰ ਪੰਜਾਬ 'ਚੋਂ ਕੱਢ ਦੇਣਾ ਚਾਹੀਦਾ। ਉਹਦੇ ਹਲਕੇ 'ਚ 7000 ਵੋਟ ਸੀ ਪੂਰਬੀਆ ਮਜ਼ਦੂਰਾਂ ਦੀ, ਉਹਨਾਂ ਸਲਾਹ ਕਰਕੇ ਸਾਰੀ ਰਾਤੋਂ ਰਾਤ ਉਹਦੇ ਖਿਲਾਫ ਪਾਈ ਤੇ ਉਹ ਹਾਰ ਗਿਆ ਸੀ। ਹੁਣ 15 ਸਾਲਾਂ ਬਾਅਦ ਪਰਸੋਂ ਨੇ ਫਿਰ ਇੱਦਾਂ ਦਾ ਇੱਕ ਬਿਆਨ ਜਿਹਾ ਦੇ ਦਿੱਤਾ, ਪਤਾ ਨਹੀਂ ਕੀ ਹੁੰਦਾ। ਇੱਕ ਹੋਰ ਬੰਦਾ ਇੱਥੇ ਜਿਹਨੇ ਇਹ ਬਿਆਨ ਦਿੱਤਾ ਪੂਰਬੀਆ ਮਜ਼ਦੂਰਾਂ ਦੇ ਖਿਲਾਫ, ਉਹ ਕਾਂਗਰਸੀ ਹੈ। ਜੀ।
ਇੱਕ ਹੋਰ ਅਕਾਲੀਆਂ 'ਚ ਉੱਠਿਆ, ਉਹਨੇ ਕਹਿਤਾ ਮੈਂ ਪੰਜਾਬ 'ਚੋਂ ਸਾਰੇ ਗੁੱਜਰ ਕੱਢ ਦੂੰਗਾ ਜੀ। ਕੱਲ ਨੂੰ ਕੋਈ ਹੋਰ ਇਹੋ ਜਿਹਾ ਨਿਕਲ ਸਕਦਾ। ਇਦਾਂ ਦੀ ਸ਼ਬਦਾਵਲੀ ਜਿਹੜੀ ਆ, ਮੈਂ ਕੱਢ ਦੂੰ, ਇਹ ਕਰ ਦੂੰ, ਉਹ ਕਰ ਦੂੰ, ਉਹਨਾਂ ਨੂੰ ਕਰ ਦੂੰ, ਇਹ ਹਵਾ 'ਚ ਤਲਵਾਰਾਂ ਨਹੀਂ ਮਾਰਨੀਆਂ ਚਾਹੀਦੀਆਂ। ਚੋਣਾਂ ਦੇ ਦਿਨ ਆ, ਹਰ ਲੀਡਰ ਨੂੰ ਸੋਚ ਕੇ ਤੋਲ ਕੇ ਬੋਲਣਾ ਚਾਹੀਦਾ। ਇਹਨਾਂ ਤੋਲ ਕੇ ਕਿਉਂ ਬੋਲਣਾ ਹੈ? ਬੋਲ ਕੇ ਬਾਅਦ 'ਚ ਤੋਲਦੇ ਵੀ ਨਹੀਂ ਗੇ। ਉਹ ਤੋਲਣ ਦਾ ਕੰਮ ਵੀ ਲੋਕਾਂ ਦੇ ਪੱਲੇ ਰਹਿ ਜਾਂਦਾ। ਮੈਂ ਸਮਝਦਾ ਕਿ ਇਹਨਾਂ ਨੂੰ ਚਾਹੀਦਾ ਕਿ ਥੋੜ੍ਹਾ ਜਿਹਾ ਸੰਭਲ ਕੇ ਗੱਲ ਕਰਨ। ਹਾਲਾਤ ਕਿਸੇ ਵੀ ਤਰੀਕੇ ਇਹੋ ਜਿਹੇ ਨਹੀਂ ਬਣਾਉਣੇ ਚਾਹੀਦੇ ਕਿ ਇੱਕ ਜਾਂ ਦੂਸਰਾ ਭਾਈਚਾਰਾ ਇਹ ਸਮਝੇ ਕਿ ਸਾਡੇ ਧਰਮ ਦੇ ਖਿਲਾਫ, ਸਾਡੀ ਜਾਤ ਦੇ ਖਿਲਾਫ, ਜਾਂ ਪ੍ਰਵਾਸੀ ਭਾਈਚਾਰਾ ਇਹ ਸਮਝੇ ਕਿ ਸਾਡੇ ਖਿਲਾਫ ਇਦਾਂ ਦੀ ਗੱਲ ਕੀਤੀ ਜਾਵੇ। ਉੱਤਰਾਖੰਡ ਦੇ ਵਿੱਚ ਜਾਂ ਲਖੀਮਪੁਰ ਖੀਰੀ 'ਚ ਜਦੋਂ ਕੇਂਦਰੀ ਮੰਤਰੀ ਨੇ ਆਖਿਆ ਸੀ ਇਹ ਜਿਹੜੇ ਸਾਡੇ ਖਿਲਾਫ ਧਰਨੇ ਲਾਉਂਦੇ ਪਏ, ਬੋਲਦੇ ਪਏ ਨੇ, ਇਹਨਾਂ ਨੂੰ ਪਤਾ ਮੈਂ ਕਿੱਦਾਂ ਦਾ, ਜਿਵੇਂ ਆਪਣੀ ਤੇ ਆਈ ਤੇ ਆ ਗਿਆ ਤੇ ਇੱਥੇ ਰਹਿਣਗੇ ਨਾ। ਬਿਲਕੁਲ। ਇਹਦਾ ਮਤਲਬ ਕੀ ਸੀ? ਉਹ ਕਿਹਨੂੰ ਕਹਿੰਦਾ ਸੀ ਇੱਥੇ ਰਹਿਣਗੇ ਨਾ? ਪੰਜਾਬੀਆਂ ਬਾਰੇ ਇਸ਼ਾਰਾ ਕਰ ਰਿਹਾ ਸੀ ਜੀ। ਹੁਣ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਨੇ ਕਹਿ ਦਿੱਤਾ ਕਿ ਮੁਜ਼ੱਫਰਪੁਰ ਦੇ ਵਿੱਚ ਤੇ ਕੈਰਾਨਾ ਦੇ ਵਿੱਚ ਜਿਹੜੀ ਗਰਮੀ ਆ ਨਾ, 10 ਮਾਰਚ ਤੋਂ ਬਾਅਦ ਸ਼ਾਂਤ ਕਰ ਦਿਆਂਗੇ ਜਾਂ ਸ਼ਾਂਤ ਹੋ ਜਾਵੇਗੀ। ਇਦਾਂ ਦਾ ਕੋਈ ਰਲਦਾ ਮਿਲਦਾ ਬਿਆਨ ਦੇ ਦਿੱਤਾ। ਜਿਹੜੇ ਇਦਾਂ ਦੇ ਬਿਆਨ ਆ, ਇਹ ਚੋਣਾਂ ਦੇ ਦੌਰਾਨ ਇਹ ਨਫ਼ਰਤ ਜਿਹੜੀ ਪੈਦਾ ਕੀਤੀ ਜਾ ਰਹੀ ਆ, ਇਹ ਹੱਥਾਂ ਦੀਆਂ ਦਿੱਤੀਆਂ ਗੰਢਾਂ ਮੁੜ ਕੇ ਦੰਦਾਂ ਨਾਲ ਖੋਲ੍ਹਣੀਆਂ ਪੈਣੀਆਂ। ਮੈਂ ਯੂਪੀ ਵਾਲਿਆਂ ਨੂੰ ਤਾਂ ਕੁਝ ਕਹਿ ਨਹੀਂ ਸਕਦਾ, ਪਰ ਪੰਜਾਬ ਵਿੱਚ ਜਿੰਨੇ ਵੀ ਉਮੀਦਵਾਰ ਨੇ ਉਹ ਇੱਕ, ਦੂਸਰੀ, ਤੀਸਰੀ, ਚੌਥੀ ਜਾਂ ਪੰਜਵੀਂ ਪਾਰਟੀ ਦੇ ਹੋਣ ਜਾਂ ਆਜ਼ਾਦ ਖਲੋਤੇ ਹੋਣ, ਬਾਗੀ ਹੋਏ ਹੋਣ, ਜੋ ਮਰਜ਼ੀ ਹੋਣ, ਸਾਰਿਆਂ ਨੂੰ ਜ਼ੁਬਾਨ ਸੰਭਾਲ ਕੇ ਬੋਲਣਾ ਚਾਹੀਦਾ। ਇਸ ਮੌਕੇ ਕਿਸੇ ਨੂੰ ਇਹੋ ਜਿਹੀ ਕੁੜੱਤਣ ਵਾਲੀ ਗੱਲ ਨਹੀਂ ਕਰਨੀ ਚਾਹੀਦੀ। ਪੰਨੂ ਸਾਹਿਬ, ਤੁਸੀਂ ਅੱਜ ਆਪਣੀ ਗੱਲਬਾਤ ਵਿੱਚ ਆਖਿਆ ਕਿ ਬੋਲਣ ਲੱਗਿਆਂ ਸੋਚਦੇ ਨਹੀਂ, ਪਰ ਜਦੋਂ ਚੋਣਾਂ ਦਾ ਐਲਾਨ ਹੋ ਗਿਆ ਤੇ ਬਹੁਤ ਸਾਰੇ ਅਜਿਹੇ ਪੁਰਾਣੇ ਸਿਆਸਤਦਾਨ ਜਿਹੜੇ ਲੰਬੇ ਸਮੇਂ ਤੋਂ ਮੰਤਰੀ ਵੀ ਰਹੇ, ਵਿਧਾਇਕ ਵੀ ਰਹੇ, ਉਹ ਸੋਚ ਕੇ ਬੈਠੇ ਸੀਗੇ ਟਿਕਟਾਂ ਮਿਲਣੀਆਂ, ਨਹੀਂ ਟਿਕਟਾਂ ਮਿਲੀਆਂ। ਹੁਣ ਉਹਦੇ ਕਰਕੇ ਖਾਸ ਕਰਕੇ ਕਾਂਗਰਸ ਦੇ ਵਿੱਚ ਕਈ ਸੀਟਾਂ ਦੇ ਉੱਪਰ ਇਹ ਰਫੜ ਪੈ ਗਿਆ ਕਿ ਇੱਕ ਸੀਟ ਤੋਂ ਦੋ ਜਣੇ ਜਿਹੜੇ ਉਹਨਾਂ ਨੇ ਆਪਣੇ ਨਾਮਜ਼ਦਗੀ ਪੱਤਰ ਦਾਖਲ ਕਰਤੇ, ਉਹ 'ਚ ਭਾਵੇਂ ਤੁਸੀਂ ਕੋਈ ਖਡੂਰ ਸਾਹਿਬ ਲਾ ਲਓ, ਕਈ ਹੋਰ ਸੀਟਾਂ ਉਹ ਲਾ ਲਓ। ਇਹਦੇ ਨਾਲ ਕਿਹਨੂੰ ਤੁਹਾਨੂੰ ਲੱਗਦਾ ਨੁਕਸਾਨ ਹੋਊਗਾ ਜਾਂ ਕਾਂਗਰਸ ਇਸ ਸਮੱਸਿਆ ਵਿੱਚੋਂ ਬਾਹਰ ਨਿਕਲ ਆਵੇਗੀ? ਦੇਖੋ, ਕੁਝ ਗੱਲਾਂ ਹੁੰਦੀਆਂ ਜਿੱਥੇ ਬੰਦੇ ਬਾਗੀ ਹੁੰਦੇ ਉੱਤੇ ਬਾਹਰ ਜਾਂਦੇ ਆ ਜੀ, ਉਹਨਾਂ ਨੂੰ ਬਾਹਰ ਜਾਣ ਤੋਂ ਰੋਕਿਆ ਜਾ ਸਕਦਾ। ਕੈਪਟਨ ਅਮਰਿੰਦਰ ਸਿੰਘ ਨੂੰ ਮਜਬੂਰ ਕਰਤਾ ਇਹਨਾਂ ਨੇ ਕੁਰਸੀ ਛੱਡਣ ਵਾਸਤੇ। ਉਹਨੇ ਗੁੱਸੇ ਦੇ ਮਾਰੇ ਨੇ ਜਦੋਂ ਕਹਿ ਦਿੱਤਾ ਕਿ ਮੈਂ ਪਾਰਟੀ ਵੀ ਛੱਡ ਦੇਣੀ ਹੈ ਜੀ, ਤੇ ਪਾਰਟੀ ਉਹਨੇ ਚੁਟਕੀ ਮਾਰ ਕੇ ਤਾਂ ਨਹੀਂ ਛੱਡੀ। ਪਹਿਲਾ ਕੰਮ ਕੀਤਾ ਕਿ ਆਪਣੇ ਸੋਸ਼ਲ ਮੀਡੀਆ ਪੇਜ ਤੋਂ ਕਾਂਗਰਸ ਪਾਰਟੀ ਦਾ ਨਾਮ ਮਿਟਾਤਾ, ਜਿਹੜਾ ਉੱਤੇ ਲਿਖਿਆ ਸੀ ਕਾਂਗਰਸ ਲੀਡਰ, ਉਹ ਮਿਟਾਤਾ। ਇਹ ਇੱਕ ਇਸ਼ਾਰਾ ਸੀ ਕਿ ਜੇ ਤੁਸੀਂ ਇਦਾਂ ਦਾ ਵਿਹਾਰ ਕਰੋਗੇ ਤਾਂ ਮੈਂ ਚੱਲ ਜੂੰਗਾ। ਉਸ ਵਕਤ ਕਾਂਗਰਸ ਹਾਈ ਕਮਾਂਡ ਨੂੰ ਚਾਹੀਦਾ ਸੀ ਕਿ ਉਹਨਾਂ ਨਾਲ ਬੈਠ ਕੇ ਗੱਲ ਕਰਦੇ ਕਿ ਤੁਸੀਂ ਇੰਨੇ ਸਾਲਾਂ ਤੋਂ ਸਾਡੇ ਲੀਡਰ ਰਹੇ ਆ ਜੀ, ਠੀਕ ਆ, ਠੰਡੇ ਤੱਤੇ ਦਿਨ ਆਉਂਦੇ ਆ, ਪਰ ਤੁਸੀਂ ਜਾਇਓ ਨਾ, ਅਸੀਂ ਤੁਹਾਨੂੰ ਐਡਜਸਟ ਕਰਾਂਗੇ। ਇਹਨਾਂ ਨਹੀਂ ਕੀਤਾ। ਫਿਰ ਉਹਨੇ ਕਾਂਗਰਸ ਪਾਰਟੀ ਛੱਡ ਦਿੱਤੀ। ਫਿਰ ਬੈਠਾ ਡਿੱਗਦਾਰ, ਇਹਨਾਂ ਫਿਰ ਗੱਲ ਨਹੀਂ ਕੀਤੀ। ਉਹਨੇ ਮੁੜ ਕੇ ਪੰਜਾਬ ਲੋਕ ਕਾਂਗਰਸ ਬਣਾ ਲਈ ਤੇ ਹਰਖਦਾ ਮਾਰਿਆ ਨਰਕ ਨੂੰ ਜਾਵੇ। ਮੁੜ ਕੇ ਉਹਨੇ ਬੀਜੇਪੀ ਨਾਲ ਜਾ ਕੇ ਸਮਝੌਤਾ ਕਰ ਲਿਆ। ਜੀ, ਕਿਉਂ ਨਾ ਕਰਦਾ? ਸੁਖਦੇਵ ਸਿੰਘ ਢੀਂਡਸਾ ਅਕਾਲੀ ਦਲ ਦੀ ਕੋਰ ਕਮੇਟੀ ਮੀਟਿੰਗ 'ਚ ਸੁਖਬੀਰ ਸਿੰਘ ਬਾਦਲ ਦੇ ਖਿਲਾਫ ਬੋਲਿਆ। ਉੱਥੇ ਸਾਰੇ ਜਣੇ ਸੁਖਬੀਰ ਸਿੰਘ ਨਾਲ ਖਲੋ ਗਏ। ਜਦੋਂ ਤੁਰਨ ਲੱਗੇ ਤੇ ਵੱਡੇ ਬਾਦਲ ਸਾਹਿਬ ਨੇ ਇਕੱਲਿਆਂ ਨੇ ਜਾ ਕੇ ਸੁਖਦੇਵ ਸਿੰਘ ਢੀਂਡਸੇ ਦੇ ਮੋਢੇ ਤੇ ਹੱਥ ਰੱਖ ਕੇ ਆਖਿਆ, ਜਥੇਦਾਰ ਜੀ ਜਾਇਓ ਨਾ, ਪ੍ਰਸ਼ਾਦਾ ਛਕ ਕੇ ਉਹ ਆਪਾਂ ਇਕੱਠੇ ਛਕਾਂਗੇ, ਫਿਰ ਜਾਣਾ। ਤੇ ਸੁਖਦੇਵ ਸਿੰਘ ਢੀਂਡਸਾ ਅੱਜ ਵੀ ਯਾਦ ਕਰਕੇ ਰੋ ਪੈਂਦਾ ਕਿ ਮੈਨੂੰ ਵੱਡੇ ਬਾਦਲ ਨੇ ਆਖਿਆ, ਛੋਟੇ ਨੇ ਨਹੀਂ ਆਖਿਆ, ਤੇ ਜਿੰਨੀ ਲਾਮਡੋਰੀ ਨਾਲ ਹੈ ਸਾਰੀ, ਉਹਨਾਂ ਸਾਰਿਆਂ ਨੇ ਆਖਿਆ ਜੇ ਸਾਰੇ ਉਸ ਦਿਨ ਮਨਾਉਂਦੇ ਤੇ ਸੁਖਦੇਵ ਸਿੰਘ ਢੀਂਡਸਾ ਅੱਕ ਕਿਉਂ ਚੱਬਦਾ, ਇਹਨਾਂ ਧੱਕੇ ਬਾਹਰ ਕੱਢਦਾ। ਆ ਮਹਿੰਦਰ ਸਿੰਘ ਕੇਪੀ ਆ, ਉਹਨੂੰ ਜਿਸ ਤਰ੍ਹਾਂ ਕੱਲ ਜਲੀਲ ਕੀਤਾ ਗਿਆ ਜੀ, 2 ਦਿਨ ਹੋ ਗਏ ਲਗਾਤਾਰ, ਤੁਹਾਡੀ ਟਿਕਟ ਬਣ ਗਈ ਆ, ਟਿਕਟ ਚੱਲੀ ਆ, ਟਿਕਟ ਤੇ ਦਸਤਖਤ ਹੋ ਗਿਆ, ਟਿਕਟ ਭੇਜਣ ਲੱਗੇ ਆ, ਤੁਸੀਂ ਹੁਣ ਰਿਟਰਨਿੰਗ ਅਫਸਰ ਦਰਵਾਜ਼ੇ ਪਹੁੰਚ ਜਾਓ। ਦਰਵਾਜ਼ੇ ਤੇ ਗਿਆ ਤੇ ਜਾਂਦਿਆਂ ਨੂੰ ਅਥਾਰਟੀ ਲੈਟਰ ਦੂਜੇ ਕੋਲ ਤੇ ਖਾਲੀ ਹੱਥ ਵੇਖ ਕੇ ਮੁੜਿਆ ਜੀ। ਹੁਣ ਜੇ ਅੱਜ ਜਦ ਭਲਕੇ ਇੱਕ ਪਾਰਟੀ ਛੱਡ ਜਾਵੇ, ਮਹਿੰਦਰ ਸਿੰਘ ਕੇਪੀ ਦਾ ਕਸੂਰ ਥੋੜਾ। ਉਹਦਾ ਬਾਪ ਕਿਸੇ ਵਕਤ ਗਿਆਨੀ ਜੈਲ ਸਿੰਘ ਦੀ ਮਿਨਿਸਟਰੀ 'ਚ ਹੁੰਦਾ ਸੀ ਜੀ। ਅੱਜ ਤੋਂ 50 ਸਾਲਾਂ ਦੀ ਉਹਨਾਂ ਦੀ ਸਾਂਝ ਹੈ। ਇਹ ਬੰਦਾ 1985 ਦੇ ਵਿੱਚ ਪਹਿਲੀ ਵਾਰ ਐਮਐਲਏ ਬਣਿਆ ਸੀ। ਚਰਨਜੀਤ ਸਿੰਘ ਚੰਨੀ ਤੇ ਪਹਿਲੀ ਵਾਰ 2007 'ਚ ਬਣਿਆ ਜੀ। ਉਹਦੇ ਤੋਂ 22 ਸਾਲ ਬਾਅਦ ਹੁਣ ਇਹ ਕਹਿਣਾ ਕਿ ਚੰਨੀ ਦਾ ਕੁੜਮ, ਚੰਨੀ ਦਾ ਕੁੜਮ ਇਹ ਨਹੀਂ, ਇਹਦਾ ਕੁੜਮ ਚੰਨੀ ਕਹਿ ਦਿਓ, ਕਿਉਂਕਿ ਇਹ ਉਹਦੇ ਤੋਂ ਪਹਿਲਾਂ ਦਾ ਹੈ। ਅੱਛਾ, ਇਹਨੂੰ ਵੀ ਜੇ ਹਾਲਾਤ ਧੱਕ ਕੇ ਪਾਸੇ ਕੱਢ ਦਿੰਦੇ ਫਿਰ ਕੀ ਕੀਤਾ ਜਾਵੇ ਜੀ। ਇੱਕ ਤੇ ਗੱਲ ਇਹ ਆ, ਕੁਛ ਲੋਕ ਦੂਸਰੇ ਆ ਜਿਹੜੇ ਪਹਿਲਾਂ ਹੀ ਪਾਰਟੀਆਂ 'ਚ ਹਾਸ਼ੀਏ ਤੇ ਗਏ, ਉਹ ਇੱਕ ਪਾਰਟੀ 'ਚ ਦੂਜੀ ਜਾਂਦੇ, ਦੂਜੀ ਤੀਜੀ ਜਾਂਦੇ, ਤੀਜੀ ਚੌਥੀ ਜਾਂਦੇ, ਜਿੱਥੇ ਮਰਜ਼ੀ ਤੁਰੇ ਫਿਰਨ, ਕੋਈ ਫਰਕ ਨਹੀਂ ਪੈ ਰਿਹਾ। ਕੋਈ ਕਾਂਗਰਸੀ ਅਕਾਲੀਆਂ ਚੱਲ ਜੇ, ਕਾਂਗਰਸੀ ਭਾਜਪਾ ਚੱਲ ਜੇ, ਭਾਜਪਾ ਵਾਲਾ ਟੁੱਟ ਕੇ ਅਕਾਲੀਆਂ 'ਚ ਆ ਜੇ, ਅਕਾਲੀਆਂ ਦਾ ਭਾਜਪਾ ਚੱਲ ਜਾਵੇ, ਇਹ ਸਾਰੇ ਇੱਕੋ ਜਿਹੇ ਨੇ ਜੀ। ਮਾੜਾ ਮੋਟਾ ਫਰਕ ਹੈ 19-21 ਦਾ। ਪੱਗ ਦਾ ਰੰਗ ਵਟਾਉਣਾ ਪੈਂਦਾ ਜੀ, ਝੰਡਾ ਬਦਲਣਾ ਪੈਂਦਾ,
ਗੱਲ 'ਚ ਪਾਇਆ ਜਿਹੜਾ ਸਰੋਪਾ ਹੁੰਦਾ ਉਹ ਆਪੋ ਆਪਣਾ ਸਾਰਿਆਂ ਨੇ ਅੱਜਕੱਲ੍ਹ ਬਣਾ ਲਿਆ, ਜੀ। ਉਹ ਬਦਲਣਾ ਪੈਂਦਾ। ਇਹ ਤੋਂ ਵੱਧ ਫਰਕ ਕੋਈ ਨਹੀਂ। ਇੱਕ ਪਾਰਟੀ ਇੱਥੇ ਉਹ ਹੈ ਜਿਹਨੂੰ ਆਪਣੇ ਆਪ ਨੇ ਬੜਾ ਮਾਣ ਹੈ ਕਿ ਅਸੀਂ ਬਾਕੀਆਂ ਤੋਂ ਵੱਖਰੇ ਨਹੀਂ ਆ ਰਹੇ, ਜੀ। ਆਮ ਆਦਮੀ ਪਾਰਟੀ। ਉਹ ਕਹਿੰਦੇ ਜੀ ਸਾਡੇ ਤਾਂ ਅਸੀਂ ਇਹ ਵੇਖਦੇ ਬੰਦਾ ਠੀਕ ਠਾਕ ਹੋਵੇ। ਮੁਆਫ ਕਰਨਾ, ਇਸ ਵੇਲੇ ਉਹਨਾਂ ਨੇ 10-12 ਉਹ ਬੰਦੇ ਖੜੇ ਕਰ ਦਿੱਤੇ ਆ ਜੀ, ਜਿਨ੍ਹਾਂ ਬਾਰੇ ਸਾਰੇ ਲੋਕ ਜਾਣਦੇ ਆ ਕਿ ਕਿੱਦਾਂ ਦੀ ਕਰਤੂਤ ਦੇ ਮਾਲਕ ਆ, ਕਿੱਦਾਂ ਦੀ ਔਕਾਤ ਤੇ ਕੀ ਇਹਨਾਂ ਦਾ ਪਿਛੋਕੜ ਹੈ। ਇਹ ਕਹਿਣਾ ਕਿ ਇੰਨੇ ਇੱਕ ਬੰਦੇ ਆਉ ਜਾਣ ਤੇ ਫਿਰ ਵੀ ਸਾਡੇ ਸਭ ਕੁਝ ਠੀਕ ਹੈ। ਉਹ ਇੱਕ ਪਿੰਡ ਦੇ ਵਿੱਚ ਪੀਰ ਆ ਗਿਆ ਸੀਗਾ ਤੇ ਸਾਰੇ ਉੱਥੇ ਚਲੇ ਗਏ ਤੇ ਇੱਕ ਜਣੇ ਨੇ ਜਾ ਕੇ ਆਖਿਆ ਪੀਰ ਜੀ ਕੋਈ ਮਸਲਾ ਕਰੋ, ਜੀ। ਮਸਲਾ ਕਿ ਕੋਈ ਵਿਚਾਰ ਛੇੜੋ। ਤੇ ਪੀਰ ਆਪਣੇ ਹਿਸਾਬ ਨਾਲ ਹੀ ਕਹਿੰਦਾ ਰੱਬ ਤੋਂ ਕੋਈ ਉੱਚਾ ਨਹੀਂ, ਜੀ। ਜਲ ਤੋਂ ਕੋਈ ਸੁੱਚਾ ਨਹੀਂ। ਉਹ ਕਹਿੰਦੇ ਜਲ ਤੋਂ ਕੋਈ ਸੁੱਚਾ ਨਹੀਂ, ਜਲ ਕਿੱਥੇ ਹੋਵੇ? ਕਹਿੰਦਾ ਕਿਤੇ ਵੀ ਹੋਵੇ ਜਲ ਤਾਂ ਜਲ ਆ, ਜੀ। ਭਾਵੇਂ ਉਹ ਵਗਦਾ ਵਹਿੰਦਾ ਹੋਵੇ, ਭਾਵੇਂ ਸਰੋਵਰ 'ਚ ਹੋਵੇ, ਭਾਵੇਂ ਗਲਾਸ ਵਿੱਚ ਪਿਆ ਹੋਵੇ, ਪਾਣੀ ਦੀ ਬਾਲਟੀ 'ਚ ਹੋਵੇ, ਸੁੱਚਾ ਹੀ ਹੁੰਦਾ। ਜੀ। ਤੇ ਲਾਗੇ ਇੱਕ ਉਹੋ ਜਿਹਾ ਬੰਦਾ ਬੈਠਾ ਸੀ। ਉਹ ਕਹਿੰਦਾ ਜੇ ਅੱਧੀ ਬਾਲਟੀ ਜਲਦੀ ਹੋਵੇ ਤੇ ਲਿਆ ਕੇ ਮੱਝ ਦੀ ਤਾਦੋ 'ਚ ਰਲਾਤੀ ਜਾਵੇ, ਜੀ। ਫਿਰ ਵੀ ਜਲ ਸੁੱਚਾ ਰਹੋਗੇ, ਤੁਸੀਂ ਪੀ ਲਓਗੇ। ਜੀ। ਉਹ ਕਹਿੰਦਾ ਕੋਈ ਹੋਰ ਮਸਲਾ ਕਰੋ, ਇਹ ਨਹੀਂ ਰੁਕਣਾ। ਹੁਣ ਇੱਥੇ ਇਹ ਆ, ਜੀ। ਆਮ ਆਦਮੀ ਪਾਰਟੀ ਜਿੰਨੀਆਂ ਗੱਲਾਂ ਕਰਦੀ ਹੈ, ਆ ਪਿਛਲੀਆਂ ਦਿਨਾਂ ਦੇ ਵਿੱਚ ਅਰਵਿੰਦ ਕੇਜਰੀਵਾਲ ਨੇ ਚੋਣਾਂ ਦੀਆਂ ਤਰੀਕਾਂ ਦਾ ਐਲਾਨ ਹੋਣ ਤੋਂ ਪਹਿਲਾਂ ਆਖਿਆ ਸੀ ਜੀ। 25 ਬੰਦੇ ਕਾਂਗਰਸ ਦੇ ਐਮਐਲਏ ਸਾਡੇ 'ਚ ਆਉਣ ਨੂੰ ਤਿਆਰ ਨੇ, ਪਰ ਅਸੀਂ ਦੂਸਰੀਆਂ ਪਾਰਟੀਆਂ ਦਾ ਕੂੜਾ ਕਰਕਟ ਲੈਣਾ ਨਹੀਂ। ਜੀ। ਜਿਹੜੀ ਗੱਲ ਅਰਵਿੰਦ ਕੇਜਰੀਵਾਲ ਨੇ ਉਦੋਂ ਆਖੀ ਸੀ, ਅੱਜ ਉਹ ਹਿੱਕ ਤੇ ਹੱਥ ਮਾਰ ਕੇ ਆਖੇ, ਭਾਵੇਂ ਉਹਨੂੰ ਫਿਰ 5 ਸਾਲ ਪੁਰਾਣੀ ਖੰਘ ਛਿੜ ਜਾਂਦੀ ਹੋਵੇ, ਇੱਕ ਵਾਰੀ ਹਿੱਕ ਤੇ ਹੱਥ ਮਾਰ ਕੇ ਆਖੇ ਕਿ ਦੂਸਰੀਆਂ ਪਾਰਟੀਆਂ ਦਾ ਕੂੜਾ ਕਰਕਟ ਲਿਆ ਕਿ ਨਹੀਂ ਲਿਆ। ਜੀ। ਜਿਹੜਾ ਉਦੋਂ ਕੂੜਾ ਕਰਕਟ ਸੀ, ਹੁਣ ਹਰ ਇੱਕ ਨੂੰ ਜਣੇ ਖਣੇ ਨੂੰ ਕਿਉਂ ਲਈ ਜਾ ਰਿਹਾ? ਜਿੰਨੇ ਬੰਦੇ ਉਧਰੋਂ ਰਿਜੈਕਟਡ ਨੇ ਉਧਰ ਆਉਂਦੇ ਤੇ ਉਹਨੂੰ ਲਈ ਜਾ ਰਿਹਾ। ਜਿਹੜਾ ਆਪ ਲਈ ਟਿਕਟ ਮੰਗਦਾ ਉਹਨੂੰ ਨਹੀਂ ਮਿਲੀ, ਉਹਨੂੰ ਵੀ ਲੈ ਰਿਹਾ। ਜਿਹੜਾ ਪੁੱਤ ਲਈ ਟਿਕਟ ਮੰਗਦਾ ਨਹੀਂ ਮਿਲੀ, ਉਹਨੂੰ ਵੀ ਲਈ ਜਾ ਰਿਹਾ। ਕਿਸੇ ਦਾ ਕੋਈ ਪਿਛੋਕੜ ਨਹੀਂ ਵੇਖ ਰਿਹਾ। ਜੇ ਉਹ ਬੰਦੇ ਉਦੋਂ ਕੂੜਾ ਕਰਕਟ ਸੀ ਤੇ ਅੱਜ ਉਹ ਦੁੱਧ ਧੋਤੇ ਹੋ ਗਿਆ। ਜੀ। ਬਾਕੀ ਪਾਰਟੀਆਂ ਸਾਰਿਆਂ ਦਾ ਕੀਤਾ ਕਤਰਿਆ। ਦੇਖੋ, ਚੋਰ ਚੋਰੀ ਕਰੇ, ਲੋਕੀ ਕਹਿੰਦੇ ਚੋਰ ਨੇ ਚੋਰੀ ਕੀਤੀ। ਸਹੀ। ਸਾਧ ਕਰੇ ਤੇ ਲੋਕੀ ਕਹਿੰਦੇ ਸਾਧ ਵੀ। ਉਹਦੇ ਨਾਲ ਵੀ ਲਫ਼ਜ਼ ਜਿਹੜਾ ਲੱਗਾ ਉਹ ਇਹ ਆ ਜੀ। ਕਿ ਤੈਨੂੰ ਤੇ ਅਸੀਂ ਚੰਗਾ ਸਮਝਦੇ ਸੀ, ਤੂੰ ਵੀ ਇਹੋ ਜਿਹਾ ਨਿਕਲਿਆ। ਬਿਲਕੁਲ। ਹੁਣ ਜਿਹੜਾ ਹੁਣ ਤੱਕ ਦਾਅਵਾ ਇਹ ਕਰਦਾ ਸੀ ਕਿ ਬਾਕੀ ਪਾਰਟੀਆਂ 'ਚ ਕੂੜਾ ਤੇ ਅਸੀਂ ਲੈਣਾ ਨਹੀਂ, ਜਦੋਂ ਉਹ ਵੀ ਹੱਸ ਕੇ ਲਈ ਜਾ ਰਿਹਾ ਤੇ ਜੱਫੀਆਂ ਪਾ ਰਿਹਾ, ਉਹਨੇ ਗੱਲ 'ਚ ਸਰੋਪੇ ਪਾ ਰਿਹਾ, ਸਵਾਗਤ ਕਰ ਰਿਹਾ, ਲੋਕ ਗੱਲਾਂ ਤਾਂ ਕਰਨਗੇ। ਜੀ। ਇਹਦਾ ਜਵਾਬ ਕੀ ਦੇਣਾ? ਬਿਲਕੁਲ। ਇਹ ਲੋਕਾਂ 'ਚ ਚਰਚਾ 'ਚ ਆਵੇਗਾ। ਸੰਯੁਕਤ ਸਮਾਜ ਮੋਰਚਾ ਕਈ ਦਿਨਾਂ ਤੋਂ ਜਦੋਜਹਿਦ ਕਰ ਰਿਹਾ ਸੀ ਕਿ ਪਾਰਟੀ ਰਜਿਸਟਰਡ ਹੋ ਜੇ। ਬੀਤੀ ਦੇਰ ਰਾਤ ਆਖਰੀ ਪਲਾਂ ਵਿੱਚ ਜਾ ਕੇ ਪਾਰਟੀ ਰਜਿਸਟਰਡ ਹੋ ਗਈ, ਪਰ ਚੋਣ ਨਿਸ਼ਾਨ ਉਹਨਾਂ ਨੂੰ ਮਿਲਿਆ ਕੋਈ ਨਾ। ਹੁਣ ਬਲਬੀਰ ਸਿੰਘ ਰਾਜੇਵਾਲ ਹੁਣੀ ਕਹਿੰਦੇ ਚੋਣ ਨਿਸ਼ਾਨ ਨਹੀਂ ਮਿਲਿਆ ਤੇ ਹੁਣ ਅਸੀਂ ਸਾਰੇ ਲੜਾਂਗੇ ਆਜ਼ਾਦ। ਤੇ ਆਪਣੇ ਉਹਨਾਂ ਨੇ 3 ਕੁ ਚੋਣ ਨਿਸ਼ਾਨ ਜਿਹੜੇ ਦੱਸ ਦਿੱਤੇ ਕਿ ਮੰਜਾ, ਘੜਾ ਤੇ ਕੈਂਚੀ, ਇਹ ਚੋਣ ਨਿਸ਼ਾਨ ਜੇ ਸਾਨੂੰ ਮਿਲ ਜਾਂਦੇ ਆ ਤੇ ਚੋਣ ਲੜ ਸਕਦੇ ਆ। ਸਮਾਜ ਮੋਰਚੇ ਨੂੰ ਕਿੰਨਾ ਕੁ ਨੁਕਸਾਨ ਹੋ ਸਕਦਾ, ਕਿਉਂਕਿ ਜਦੋਂ ਤੁਸੀਂ ਇੱਕ ਝੰਡੇ ਥੱਲੇ ਨਹੀਂ, ਇੱਕ ਨਿਸ਼ਾਨ ਥੱਲੇ ਨਹੀਂ, ਤੇ ਲੋਕਾਂ ਦੀ ਮਾਨਸਿਕਤਾ ਨੂੰ ਉਹਦੇ ਅਨੁਸਾਰ ਚਲਾਉਣਾ ਉਹ ਕਾਫੀ ਮੁਸ਼ਕਲ ਕੰਮ ਹੋ ਜਾਂਦਾ। ਕਿੰਨਾ ਕੁ ਔਖਾ? ਵੇਖੋ, ਪਹਿਲਾਂ ਜਦੋਂ ਕਿਸਾਨ ਮੋਰਚਾ ਲੱਗਾ, ਜੀ। ਬਲਬੀਰ ਸਿੰਘ ਰਾਜੇਵਾਲ, ਰੁਲਦੂ ਸਿੰਘ ਮਾਨਸਾ, ਜੋਗਿੰਦਰ ਸਿੰਘ ਉਗਰਾਹਾਂ, ਡਾਕਟਰ ਦਰਸ਼ਨਪਾਲ, ਜਗਜੀਤ ਸਿੰਘ ਡੱਲੇਵਾਲ, ਇਹ ਗਿਣਵੇਂ ਚੁਣਵੇਂ ਲੀਡਰ ਸਨ। ਫਿਰ ਵੱਧਦਿਆਂ 32 ਜਥੇਬੰਦੀਆਂ ਪੰਜਾਬ ਦੀਆਂ ਤੇ ਬਾਹਰ ਦੀਆਂ ਰਲਾ ਕੇ 42-43 ਬਣ ਗਈਆਂ। ਜੀ। ਕੁਝ ਇਹੋ ਜਿਹੇ ਲੋਕ ਭਾਰੂ ਹੋ ਗਏ ਜਿਨ੍ਹਾਂ ਦੇ ਸਾਹਮਣੇ ਇਹ ਰਾਜੇਵਾਲ ਹੋਰੀ ਬੋਲ ਨਹੀਂ ਸੀ ਸਕਦੇ। ਜੀ। ਜਦੋਂ ਫੈਸਲਾ ਕਰਨਾ ਹੁੰਦਾ ਸੀ, ਇੱਕ ਗੱਲ ਦੇ ਉੱਤੇ 5-5 ਘੰਟੇ ਲੱਗ ਜਾਂਦੇ ਸੀ। ਜਦੋਂ ਮੋਰਚਾ ਜਿੱਤਿਆ ਗਿਆ, ਹਾਲਾਤ ਬਣ ਕੇ ਜਿੱਤਿਆ ਗਿਆ, ਔਰ ਉਹਦੀ ਇਹਨਾਂ ਨੂੰ ਅੱਜ ਫਿਰ ਵਧਾਈ ਮੈਂ ਦਿੰਦਾ ਜੀ ਕਿ ਭਾਵੇਂ ਅਜੇ ਸਰਕਾਰ ਨੇ ਉਹ ਮੰਗਾਂ ਮੰਨ ਕੇ ਵੀ ਲਾਗੂ ਨਹੀਂ ਕੀਤੀਆਂ, ਤੁਸੀਂ ਤੇ ਜਿੱਤ ਆਏ ਨਾ। ਜੀ। ਉਹ ਜਿੱਤ ਤੁਹਾਡੀ ਨਹੀਂ ਸੀ, ਸਾਰੇ ਪੰਜਾਬ ਦੇ, ਯੂਪੀ ਦੇ, ਹਰਿਆਣੇ ਦੇ, ਉੱਤਰਾਖੰਡ ਦੇ, ਦੇਸ਼ ਦੇ ਕਿਸਾਨਾਂ ਦੀ ਤੇ ਆਮ ਲੋਕਾਂ ਦੀ, ਕਿਸਾਨਾਂ ਨੂੰ ਹਮਾਇਤ ਦੀ ਜਿੱਤ ਸੀ। ਤੁਸੀਂ ਬਹੁਤ ਚੰਗਾ ਕੀਤਾ। ਆ ਕੇ ਚੋਣਾਂ ਲੜਨ ਲੱਗੇ। ਜਿਨ੍ਹਾਂ ਨੇ ਰਾਜੇਵਾਲ ਨੂੰ ਇਹ ਵੇਖ ਕੇ ਕਿ ਸਭ ਤੋਂ ਵੱਡਾ ਲੀਡਰ ਅੱਗੇ ਲਾਇਆ, ਜੀ, ਉਹ ਇਸ ਵੇਲੇ ਰਾਜੇਵਾਲ ਦੇ ਕਹਿਣੇ ਤੋਂ ਬਾਹਰ ਫਿਰਦੇ ਨੇ। ਉਹ ਹਰ ਕੋਈ ਆਪੋ ਆਪਣੇ ਬਿਆਨ ਦੇਈ ਜਾਂਦਾ। ਇੱਕ ਗੱਲ ਤਾਂ ਇਹ ਆ ਜਿਹੜੀ ਇਸ ਮੋਰਚੇ ਨੂੰ ਮਾਰ ਕਰ ਰਹੀ ਹੈ। ਜੀ। ਦੂਸਰੀ ਗੱਲ, ਇਹਨਾਂ ਨੇ ਰਜਿਸਟ੍ਰੇਸ਼ਨ ਵਾਸਤੇ ਬਹੁਤ ਲੇਟ ਅਪਲਾਈ ਕੀਤਾ। ਕੱਲ ਤੱਕ ਜਦੋਂ ਲੱਗਦਾ ਸੀ ਕਿ ਰਜਿਸਟ੍ਰੇਸ਼ਨ ਨਹੀਂ ਹੋਣੀ, ਕੱਲ ਸ਼ਾਮ ਨੂੰ ਵੀ ਇਹੋ ਸੀ ਕਿ ਨਹੀਂ ਹੋਣੀ, ਜੀ। ਅੱਧੀ ਰਾਤ ਨੂੰ ਸੁਨੇਹਾ ਆ ਗਿਆ ਕਿ ਤੁਹਾਡੀ ਰਜਿਸਟ੍ਰੇਸ਼ਨ ਹੋ ਗਈ ਹੈ। ਇਹ ਚੋਣ ਕਮਿਸ਼ਨ ਜਿਹੜੇ ਕੰਮ ਦਿਨੇ ਕਰਨ ਵਾਲੇ ਦਿਨੇ ਕਰਨ ਦੀ ਥਾਂ ਅੱਧੀ ਰਾਤ ਨੂੰ ਕਿਉਂ ਕਰਦਾ? ਜੀ। ਇਹ ਕੋਈ ਸਾਜ਼ਿਸ਼ ਕਰਨੀ ਹੁੰਦੀ ਹੈ? ਇਹ ਕੰਮ 4 ਘੰਟੇ ਪਹਿਲਾਂ ਵੀ ਕੀਤਾ ਜਾ ਸਕਦਾ ਸੀ, ਅੱਧੀ ਰਾਤ ਕਿਉਂ ਕੀਤਾ ਗਿਆ? ਬਿਲਕੁਲ। ਕਰ ਦਿੱਤਾ। ਹੁਣ ਪਾਰਟੀ ਰਜਿਸਟਰ ਕਰ ਦਿੱਤੀ ਹੈ, ਚੋਣ ਨਿਸ਼ਾਨ ਦਿੱਤਾ ਨਹੀਂ। ਇੱਕ ਥਾਂ ਤੇ ਬਾਲਟੀ ਲੈਣਗੇ, ਦੂਸਰੀ ਥਾਂ ਕਬੂਤਰ, ਤੀਸਰੇ ਥਾਂ ਟਰੈਕਟਰ ਲੈਣਗੇ, ਚੌਥੇ ਥਾਂ ਹਲ ਵਗਦਾ ਕਿਸਾਨ ਲੈ ਲੈਣਗੇ। ਜੀ। ਇਹ ਕੋਈ ਤਰੀਕਾ? ਅਜੇ ਵੀ ਉਹਨਾਂ ਕੋਲ ਚੋਣ ਨਿਸ਼ਾਨ ਹੈਗੇ ਨੇ
ਜੇ ਚੋਣ ਕਮਿਸ਼ਨ ਇਸ ਮੌਕੇ ਦੇ ਉੱਤੇ ਆ ਕੇ ਜੀ ਪਾਰਟੀ ਰਜਿਸਟਰ ਕਰ ਸਕਦਾ ਤੇ ਅਜੇ ਚੋਣ ਨਿਸ਼ਾਨਾਂ ਦੇ ਅਲਾਟਮੈਂਟ ਤੇ ਹੋਈ ਨਹੀਂ ਜੀ। ਕੱਲ ਤੱਕ ਚੋਣਾਂ ਦੇ ਕਾਗਜ਼ ਦਾਖਲ ਕਰਾਉਣ ਦਾ ਅਖੀਰਲਾ ਦਿਨ ਸੀ। ਜੀ ਅੱਜ ਚੋਣਾਂ ਦੇ ਕਾਗਜ਼ ਜਿਹੜੇ ਆ ਨਾਮਜ਼ਦਗੀ ਪੇਪਰ, ਨਾਮੀਨੇਸ਼ਨ ਪੇਪਰ, ਉਹਨਾਂ ਦੀ ਪੜਤਾਲ ਦਾ ਦਿਨ ਆ, ਜੀ ਜਿਹਦੇ ਚ ਕਿਸੇ ਦੇ ਨੁਕਸ ਆ ਤੇ ਉਹ ਰੱਦ ਹੋ ਜਾਣਗੇ, ਬਾਕੀ ਜਿੰਨੇ ਆ ਉਹ ਵੇਖੇ ਜਾਣਗੇ। ਜੀ ਤੇ ਕੱਲ ਪਰਸੋਂ ਅਜੇ ਹੈਗਾ ਆ ਚੋਣਾਂ ਦੇ ਵਾਸਤੇ ਨਿਸ਼ਾਨ ਅਲਾਟ ਕਰਨ ਦਾ ਦਿਨ ਜੇ ਹੈਗਾ, ਉਹਦੇ ਦਰਮਿਆਨ ਚੋਣ ਕਮਿਸ਼ਨ ਕਰ ਸਕਦਾ ਤੇ ਕਰ ਦੇਣਾ ਚਾਹੀਦਾ। ਜੀ। ਜੇ ਨਹੀਂ ਕਰਦੇ ਤੇ ਫਿਰ ਗੱਲਾਂ ਚੱਲਣਗੀਆਂ, ਫਲਾਣੇ ਨੇ ਨਹੀਂ ਹੋਣ ਦਿੱਤਾ, ਫਲਾਣੇ ਨੇ ਨਹੀਂ ਹੋਣ ਦਿੱਤਾ। ਇਹਦੇ 'ਚ ਇੱਕ ਦੂਸਰੇ ਪਾਸੇ ਦੂਸ਼ਣਬਾਜ਼ੀ ਹੋਵੇਗੀ। ਉਸ ਦੂਸ਼ਣਬਾਜ਼ੀ ਦੇ ਵਿੱਚ ਕੁਝ ਉਂਗਲਾਂ ਚੋਣ ਕਮਿਸ਼ਨ ਵੱਲ ਵੀ ਉੱਠਣਗੀਆਂ। ਇਹ ਮੌਕਾ ਨਹੀਂ ਦੇਣਾ ਚਾਹੀਦਾ। ਔਰ ਇਹ ਮੈਂ ਦੱਸ ਦਿਆਂ ਕਿ ਸੁਪਰੀਮ ਕੋਰਟ ਦਾ ਪੁਰਾਣਾ ਰੂਲਿੰਗ ਹੈ ਕਿ ਜਦੋਂ ਇੱਕ ਵਾਰੀ ਚੋਣ ਪ੍ਰਕਿਰਿਆ ਚੱਲ ਪਵੇ, ਗੱਡੀ ਰੇੜ ਪਵੇ, ਉਹਦੇ ਵਿੱਚ ਕੋਈ ਅਦਾਲਤ ਕਿਸੇ ਕਿਸਮ ਦਾ ਦਖਲ ਨਹੀਂ ਦੇਵੇਗੀ। ਜੀ ਨਾ ਰਿਟਰਨਿੰਗ ਅਫਸਰ ਨੂੰ ਹਦਾਇਤਾਂ ਦੇਵੇਗੀ, ਨਾ ਕਿਸੇ ਹੋਰ ਨੂੰ। ਇਹ ਸਾਰਾ ਕੁਝ ਜਿਹੜਾ ਪਤਾ ਹੀ ਹੈ, ਜਦੋਂ ਇੱਕ ਸੈੱਟ ਪ੍ਰੋਸੀਜਰ ਹੈ ਕਿ ਉਹ 'ਚ ਹੁਣ ਕੋਈ ਦਖਲ ਨਹੀਂ ਦੇ ਸਕਦਾ। ਉਸ ਮੌਕੇ ਤੇ ਚੋਣ ਕਮਿਸ਼ਨ ਦੇ ਉੱਤੇ ਜ਼ਿੰਮੇਵਾਰੀ ਹੈ ਚੋਣ ਨਿਸ਼ਾਨ ਅਲਾਟ ਕਰਨਾ ਕਿ ਨਹੀਂ ਕਰਨਾ, ਪਾਰਟੀ ਰਜਿਸਟਰ ਕਰਨੀ ਕਿ ਨਹੀਂ ਕਰਨੀ, ਕਿਸੇ ਦੇ ਉੱਤੇ ਚੋਣ ਜਾਬਤਾ ਲਾਗੂ ਕਰਕੇ ਉਹਨੂੰ ਚੋਣ ਲੜਨ ਤੋਂ ਰੋਕਣਾ ਕਿ ਨਹੀਂ ਰੋਕਣਾ, ਕਿਸੇ ਲੀਡਰ ਦੇ ਉੱਤੇ ਪਾਬੰਦੀ ਲਾਉਣੀ ਕਿ ਨਹੀਂ ਲਾਉਣੀ। ਦਿੱਲੀ ਦੀਆਂ ਚੋਣਾਂ ਚੱਲਦੀਆਂ 'ਚ 4-5 ਲੀਡਰ ਸੀ ਜਿਹੜੇ ਆਮ ਆਦਮੀ ਪਾਰਟੀ ਦੇ ਸੀ, ਉਹਨਾਂ ਤੇ ਰੋਕ ਲੱਗੀ ਸੀ, ਤੇ 10-12 ਲੀਡਰ ਸੀ ਭਾਜਪਾ ਦੇ, ਸਣੇ ਕੇਂਦਰੀ ਮੰਤਰੀਆਂ ਦੇ ਤੇ ਪਾਰਲੀਮੈਂਟ ਮੈਂਬਰਾਂ ਦੇ, ਜਿਨ੍ਹਾਂ ਤੇ 2-2 3-3 ਦਿਨ ਦੀ ਰੋਕ ਲੱਗੀ ਸੀ ਕਿ ਤੁਹਾਡਾ ਪ੍ਰਚਾਰ ਦੇ ਢੰਗ ਗਲਤ ਹੈ, ਤੁਸੀਂ ਬੋਲ ਨਹੀਂ ਸਕਦੇ। ਔਰ ਸਾਧਵੀ ਪ੍ਰਗਿਆ ਭੋਪਾਲ ਤੋਂ ਚੋਣ ਲੜਦੀ ਸੀ ਪਾਰਲੀਮੈਂਟ ਦੀ, ਉਹਦੇ ਉੱਤੇ ਵੀ 2 ਦਿਨ ਦੀ ਪਾਬੰਦੀ ਲੱਗ ਗਈ ਸੀ, ਤੂੰ ਜਾਣਾ ਨਹੀਂ, ਤੇ ਮੁੜ ਕੇ ਮੂੰਹ ਤੇ ਪੱਟੀ ਬੰਨ੍ਹ ਕੇ ਤੁਰੀ ਫਿਰਦੀ ਸੀ ਮੌਨ ਵਰਤ ਰੱਖ ਕੇ। ਇਹ ਸਾਰੀਆਂ ਪਾਬੰਦੀਆਂ, ਇਹ ਕੰਮ ਸੈਂਟਰ ਦੇ ਚੋਣ ਕਮਿਸ਼ਨ ਦਾ। ਪਰ ਪੰਜਾਬ ਦੇ ਵਿੱਚ ਮੁੱਖ ਚੋਣ ਅਧਿਕਾਰੀ ਡਾਕਟਰ ਕਰਨਾ ਰਾਜੂ ਦੇ ਖਿਲਾਫ ਅੱਜ ਤੱਕ ਕਦੇ ਕਿਸੇ ਨੇ ਕੋਈ ਸ਼ਿਕਾਇਤ ਨਹੀਂ ਕੀਤੀ। ਉਹਦੀ ਇਮਾਨਦਾਰੀ ਤੇ ਕਿਸੇ ਨੇ ਕੋਈ ਸ਼ੱਕ ਨਹੀਂ ਕੀਤਾ। ਉਹਦੇ ਕੋਲ ਬਹੁਤ ਜ਼ਿੰਮੇਵਾਰੀ ਦਾ ਕੰਮ ਹੈ ਇਹ ਕਿ ਉਹ ਹਰ ਇੱਕ ਦੇ ਨਕੇਲ ਕੱਸ ਕੇ ਰੱਖੇ, ਹਰ ਇੱਕ ਦੇ ਉੱਤੇ ਬਾਜ਼ ਅੱਖ ਰੱਖੇ। ਜਿਹੜਾ ਕੋਈ ਗਲਤ ਕੰਮ ਕਰਦਾ ਉਹਨੂੰ ਉਸ ਵੇਲੇ ਆਖੇ ਕਿ ਤੈਨੂੰ ਇਹ ਵਾਰਨਿੰਗ ਹੈ, ਬੰਦੇ ਬਣ ਕੇ ਚਲੋ, ਚੋਣ ਪ੍ਰਕਿਰਿਆ ਦੇ ਵਿੱਚ ਕੋਈ ਵਿਘਨ ਨਾ ਪਾਓ, ਕੋਈ ਖਰਾਬੀ ਨਾ ਕਰੋ। ਜੇ ਤੁਸੀਂ ਕੀਤੀ ਤੇ ਫਿਰ ਤੁਹਾਡੇ ਖਿਲਾਫ ਕਾਰਵਾਈ ਹੋ ਸਕਦੀ ਹੈ। ਔਰ ਜਿੱਥੇ ਲੋੜ ਪਵੇ 1 ਸਕਿੰਟ ਵੀ ਲਾਏ ਬਗੈਰ ਉਹ ਕਾਰਵਾਈ ਕੀਤੀ ਜਾਵੇ। ਉਹਨਾਂ 'ਚੋਂ ਭਾਵੇਂ ਰਾਜ ਕਰਦੀ ਕਾਂਗਰਸ ਪਾਰਟੀ ਹੋਵੇ, ਭਾਵੇਂ ਰਾਜ ਖੋਣ ਵਾਸਤੇ ਲੜਦੀਆਂ ਬਾਕੀ ਸਾਰੀਆਂ ਪਾਰਟੀਆਂ ਹੋਣ, ਭਾਵੇਂ ਕੋਈ ਆਜ਼ਾਦ ਉਮੀਦਵਾਰ ਹੋਵੇ, ਭਾਵੇਂ ਮੁੱਖ ਮੰਤਰੀ ਹੋਵੇ, ਜਿਹੜਾ ਵੀ ਹੈ, ਜਿੱਥੇ ਵੀ ਹੈ, ਜੋ ਵੀ ਗਲਤ ਕਰਦਾ ਉਹਦੇ ਉੱਤੇ ਉਸੇ ਵੇਲੇ ਛਾਂਟਾ ਚੁੱਕ ਲਿਆ ਜਾਵੇ। ਇਹ ਕੰਮ ਪੰਜਾਬ ਦੇ ਮੁੱਖ ਚੋਣ ਅਧਿਕਾਰੀ ਡਾਕਟਰ ਕਰਨਾ ਰਾਜੂ ਦਾ ਵੀ ਹੈ। ਤੇ ਜਿੱਦਾਂ ਉਹਨਾਂ ਦਾ ਸੁਭਾਅ ਹੈ ਔਰ ਜੋ ਉਹਨਾਂ ਦਾ ਪਿਛਲਾ ਰਿਕਾਰਡ, ਉਹਦੇ ਮੁਤਾਬਕ ਮੈਂ ਆਸ ਰੱਖਦਾ ਕਿ ਪੰਜਾਬ ਦੀਆਂ ਚੋਣਾਂ ਨਿਰਵਿਘਨ ਹੋਣਗੀਆਂ, ਬੜੇ ਵਧੀਆ ਢੰਗ ਨਾਲ ਹੋਣਗੀਆਂ। ਔਰ ਇਹ ਜ਼ਿੰਮੇਵਾਰੀ ਮੈਂ ਪੰਜਾਬ ਦੇ ਲੋਕਾਂ ਦੇ ਉੱਤੇ ਵੀ ਸੁੱਟਦਾ ਕਿ ਤੁਸੀਂ ਇਹ ਖਿਆਲ ਰੱਖਿਓ ਕਿ ਚੋਣਾਂ ਦੀ ਜੰਗ ਚੋਣਾਂ ਦੀ ਰਵੇ। ਕਿਤੇ ਚੋਣਾਂ ਤੋਂ ਬਾਅਦ ਦਰਮਿਆਨ ਇਹਦੇ, ਜਿੱਦਾਂ ਕੱਲ ਬਟਾਲੇ 'ਚ ਰੋਡ ਸ਼ੋਅ ਹੋਇਆ, ਨਾ ਅਕਾਲੀਆਂ ਨਾਲ ਲੜੇ, ਨਾ ਕਾਂਗਰਸੀਆਂ ਨਾਲ, ਨਾ ਆਮ ਆਦਮੀ ਪਾਰਟੀ ਨਾਲ, ਭਾਜਪਾ ਵਾਲੇ ਆਪੋ 'ਚ ਹੀ ਲੜ ਪਏ। ਤੇ ਲੜਨ ਦਾ ਕਾਰਨ ਕੀ ਸੀ ਕਿ ਇੱਕ ਬੰਦਾ, ਉਹਦਾ ਇੱਕ ਬੱਚਾ ਸੀ, ਉਹਨੇ ਦੂਜਾ ਵਿਆਹ ਕਰ ਲਿਆ। ਜਿਹੜੀ ਬੀਬੀ ਆਈ ਉਹਦਾ ਵੀ ਇੱਕ ਬੱਚਾ ਸੀ, ਦੋਵਾਂ ਦਾ ਇੱਕ ਬੱਚਾ ਲੈ ਕੇ ਆਏ ਸੀ। ਇੱਕ ਬੱਚਾ ਦੋਵਾਂ ਦੇ ਘਰ ਹੋ ਗਿਆ ਤੇ ਰੌਲਾ ਜਿਹਾ ਪੈਂਦਾ ਵੇਖ ਕੇ ਆਵਾਜ਼ ਮਾਰ ਕੇ ਕਹਿੰਦਾ, ਗੁਰਦਿਆਲ ਕੋਰੇ ਰੌਲਾ ਜਿਹਾ ਕੀ ਪੈਂਦਾ? ਕਹਿੰਦੀ ਤੇਰੇ ਤੇ ਮੇਰੇ ਨਿਆਣੇ ਆਪਣੇ ਸਾਂਝੇ ਨਿਆਣੇ ਨੂੰ ਕੁੱਟਦੇ ਆ। ਹੁਣ ਕੁਝ ਭਾਜਪਾ ਦੇ ਪੁਰਾਣੇ ਸਨ, ਕੁਝ ਫਤਿਹ ਜੰਗ ਨਾਲ ਲੈ ਆ, ਕੁਝ ਇੱਧਰ ਉੱਧਰ ਰਲ ਗਏ ਆ। ਉਹ ਜਿਹੜੇ ਇਹਦੇ ਤੇਰੇ ਤੇ ਮੇਰੇ ਨਿਆਣੇ ਤੇ ਆਪਣੇ ਸਾਂਝੇ ਨਿਆਣੇ ਨੂੰ ਕੁੱਟਦੇ, ਉਹ ਕੱਲ ਜੋ ਬਟਾਲੇ 'ਚ ਹੋ ਗਿਆ, ਇਹ ਭਲਕ ਨੂੰ ਕਿਸੇ ਹੋਰ ਥਾਂ ਵੀ ਹੋ ਸਕਦਾ। ਇਸ ਕਰਕੇ ਮੁੱਖ ਚੋਣ ਅਧਿਕਾਰੀ ਡਾਕਟਰ ਕਰਨਾ ਰਾਜੂ ਦੀ ਜ਼ਿੰਮੇਵਾਰੀ ਹੈ ਕਿ ਉਹ ਸਭ ਥਾਵਾਂ ਤੇ ਚੈੱਕ ਕਰਨ। ਔਰ ਲੋਕਾਂ ਦੀ ਜ਼ਿੰਮੇਵਾਰੀ ਹੈ ਕਿ ਲੀਡਰ ਲੜਦੇ ਹੋਣ, ਤਮਾਸ਼ਾ ਵੇਖੋ, ਚ ਸ਼ਾਮਲ ਨਾ ਹੋਇਓ, ਕਿਉਂਕਿ ਇਹ ਸਾਨਾਂ ਦੇ ਪੇਟ 'ਚ ਕਿਸੇ ਬਾਹਰਲੇ ਦਾ ਨੁਕਸਾਨ ਵੀ ਹੋ ਸਕਦਾ। ਪੰਨੂ ਸਾਹਿਬ, ਖਬਰਾਂ ਹੋਰ ਵੀ ਸਨ ਜਿਹੜੀਆਂ ਚਰਚਾ ਮੰਗਦੀਆਂ ਨੇ ਵੀ ਹੋਣੀ ਚਾਹੀਦੀ ਹੈ, ਪਰ ਵਕਤ ਇਜਾਜ਼ਤ ਨਹੀਂ ਦੇ ਰਿਹਾ। ਪੰਨੂ ਸਾਹਿਬ ਕੋਲ ਆਗਿਆ ਲੈਣ ਦਾ ਵੇਲਾ ਹੋ ਗਿਆ। ਬਹੁਤ ਬਹੁਤ ਧੰਨਵਾਦ ਤੁਹਾਡਾ, ਜਿਹੜੇ ਇਸ ਵੇਲੇ ਚੋਣਾਂ ਦੌਰਾਨ ਪੰਜਾਬ ਦੇ ਲੋਕਾਂ ਦੀ ਸੇਵਾ ਕਰ, ਦੁਨੀਆ ਭਰ 'ਚ ਫੈਲੇ ਪੰਜਾਬੀਆਂ ਨੂੰ ਜਾਣਕਾਰੀ ਦੇਣ ਵਾਸਤੇ ਉਚੇਚਾ ਚੱਲ ਕੇ ਇਹੋ ਜਿਹੇ ਮਾਹੌਲ ਵਿੱਚ ਜਦੋਂ ਕਰੋਨਾ ਦੀਆਂ ਪਾਬੰਦੀਆਂ ਤੁਸੀਂ ਪੰਜਾਬ ਆਏ ਹੋ, ਤੁਹਾਡਾ ਉਚੇਚਾ ਧੰਨਵਾਦ। ਧੰਨਵਾਦ ਜੀ। ਕੱਲ੍ਹ ਨੂੰ ਫਿਰ ਇਸੇ ਵਕਤ ਇਹ ਪ੍ਰੋਗਰਾਮ ਲੈ ਕੇ ਹਾਜ਼ਰ ਹੋਵਾਂਗੇ ਜੀ। ਤਦ ਤੱਕ ਲਈ ਮੈਨੂੰ, ਅਵਨੀਤ ਸਿੰਘ ਤੇਜਾ ਨੂੰ ਤੇ ਨਾਲ ਜਤਿੰਦਰ ਪੰਨੂ ਜੀ ਨੂੰ ਦਿਓ ਇਜਾਜ਼ਤ। ਤੁਸੀਂ ਦੇਖਦੇ ਰਹੋ ਪ੍ਰਾਈਮ ਏਸ਼ੀਆ TV, ਤੁਹਾਡਾ ਆਪਣਾ, ਤੁਹਾਡੇ ਲਈ।